ਸਾਹਿਬ ਜੀ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆ, ਗੁਰ ਸ਼ਬਦੀ ਇਹੋ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ। ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਬਡਾਈ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾ, ਮਨ ਰੇ ਸਾਚਾ ਗੋ ਵਿਚਾਰਾ। RAM ਨਾਮ ਬਿਨ ਮਿਥਿਆ ਮਾਨੋ, ਸਗਰਾ ਇਹੋ ਸੰਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜੂਰ ਸਾਨੂੰ ਆਪਣੀ ਸਤ ਸੰਗਤ ਦਾ ਸੋਹਣਾ ਸਮਾਂ ਬਖਸ਼ ਕੇ ਨਿਹਾਲ ਕਰ ਰਹੇ ਹਨ। ਮਹਾਰਾਜ ਜੀ ਕਿਰਪਾ ਕਰਨ। ਅੱਜ ਸਾਧ ਸੰਗਤ ਜੀ ਜਿਸ ਤਰ੍ਹਾਂ ਹਰ ਰੋਜ਼ ਗੁਰਸਿੱਖ ਅਰਦਾਸ ਕਰਦੇ ਹਨ ਤੇ ਅਰਦਾਸ ਵਿੱਚ ਸ਼ਬਦ ਬੋਲਦੇ ਹਨ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ। ਅੱਜ ਸਾਧ ਸੰਗਤ ਜੀ ਕੌਮ ਦੇ ਮਹਾਨ ਸ਼ਹੀਦ ਭਾਈ ਸ਼ਹਿਬਾਜ਼ ਸਿੰਘ ਤੇ ਸ਼ਹੀਦ ਭਾਈ ਸ਼ਬੇਗ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਸ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ, ਜੋ ਗੁਰਮੁਖ ਹਜੂਰ ਨੂੰ ਭਾਵ ਹਜੂਰ ਦੀ ਬਾਣੀ ਨੂੰ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੀ ਗੁਰਬਾਣੀ ਸੁਣਦੇ ਹਨ, ਪੜ੍ਹਦੇ ਹਨ, ਫਿਰ ਸਾਧ ਸੰਗਤ ਜੀ ਉਹਨਾਂ ਤੋਂ ਸਿੱਖਿਆ ਲੈ ਲੈ ਕੇ ਅੱਗੇ ਸੰਸਾਰ ਦੇ ਜੀਵ ਤਰ ਜਾਂਦੇ ਹਨ ਇਸ ਭਵਜਲ ਤੋਂ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਕਵੀ ਭਾਈ ਰਤਨ ਸਿੰਘ ਜੀ ਭੰਗੂ, ਜੋ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਜਿੱਦਾਂ ਉਹਨਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਇਹਨਾਂ ਸ਼ਹੀਦਾਂ ਦਾ ਜੋ ਸਾਧ ਸੰਗਤ ਜੀ ਇਤਿਹਾਸ ਹੈ ਲਿਖਿਆ ਹੈ, ਉਹਨਾਂ ਵਿੱਚੋਂ ਕੁਝ ਚੁਣਵੀਂ ਜੋ ਕਥਾ ਹੈ
ਉਹ ਆਪ ਬੜੇ ਪ੍ਰੇਮ ਸ਼ਰਧਾ ਸਹਿਤ ਸ਼ਰਵਣ ਕਰਨਾ ਕਰੋ ਜੀ ਦੋਹਰਾ। ਸੁਬੇਗ ਸਿੰਘ ਜਬਰ ਹੁਤੈ ਜਪੀ ਤਪੀ ਹਠ ਧਾਰ। ਸ਼ਹੀਦ ਭਾਈ ਸ਼ੁਬੇਗ ਸਿੰਘ ਜੀ, ਸਾਧ ਸੰਗਤ ਜੀ, ਭਾਈ ਸ਼ੁਬੇਗ ਸਿੰਘ ਜੀ ਉੱਥੇ ਜ਼ਕਰੀਆ ਖਾਨ ਦੇ ਦੋ ਤਰ੍ਹਾਂ ਦੇ ਉਸ ਸਮੇਂ ਸਿੰਘ ਹੋਇਆ ਕਰਦੇ ਸੀ। ਇੱਕ ਜੋ ਬਾਗੀ ਖਾਲਸਾ ਸੀ ਹਜੂਰ ਦਾ, ਅਤੇ ਦੂਸਰਾ ਜੋ ਜਿਨ੍ਹਾਂ ਨੂੰ ਆਪਾਂ ਭਾਵ ਤਨਖਾਹ ਲੈ ਕੇ ਜਿਸ ਤਰ੍ਹਾਂ ਤੇ ਪਰ ਕੰਮ ਖਾਲਸੇ ਦਾ ਹੀ ਕਰਿਆ ਕਰਦੇ ਸਨ। ਭਾਈ ਸ਼ੁਬੇਗ ਸਿੰਘ ਜੀ ਸਾਧ ਸੰਗਤ ਜੀ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਠੇਕੇਦਾਰ ਸਨ, ਤੇ ਇੱਥੇ ਵਿੱਚ ਜ਼ਿਕਰ ਵੀ ਆਇਆ ਸੀ ਕਿ ਕੋਤਵਾਲ ਦਾ ਵੀ ਉਹਨਾਂ ਨੇ ਨੌਕਰੀ ਉੱਥੇ ਕੀਤੀ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਕਿਵੇਂ ਗੁਰੂ ਕੇ ਖਾਲਸੇ ਨੇ ਜਜ਼ਬੇ ਦੇ ਨਾਲ, ਕਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਭਾਵ ਭਾਈ ਸ਼ੁਬੇਗ ਸਿੰਘ ਜੀ ਪਿਤਾ ਹਨ, ਤੇ ਇਹਨਾਂ ਦੇ ਪੁੱਤਰ ਭਾਈ ਸ਼ਹਿਬਾਜ਼ ਸਿੰਘ ਜੀ, ਜਿਨ੍ਹਾਂ ਦੀ ਆਯੂ ਹਜੇ 18 ਕੁ ਸਾਲ ਦੀ ਹੈ, ਚੜ੍ਹਦੀ ਜਵਾਨੀ ਹੈ, ਤੇ ਲਾਹੌਰ ਦੇ ਵਿੱਚ ਫਾਰਸੀ ਸਿੱਖਦੇ ਹਨ। ਤੇ ਜੰਬਰ ਨਗਰ ਹੈ ਜੋ ਭਾਵ ਲਾਹੌਰ ਦੇ ਪਾਸ, ਕਹਿੰਦੇ ਹਨ ਸ਼ੁਬੇਗ ਸਿੰਘ ਜੰਬਰ ਹੁਤੋ ਜਪੀ ਤਪੀ ਹਠ ਧਾਰ। ਭਾਈ ਸ਼ੁਬੇਗ ਸਿੰਘ ਜੀ ਬੜੇ ਜਪੀ ਹਨ, ਤਪੀ ਹਨ ਅਤੇ ਹਠੀ ਹਨ। ਹਠ ਸਾਧ ਸੰਗਤ ਜੀ ਐਸਾ ਹਠ ਨਹੀਂ, ਭਾਵ ਕਿ ਨਿਰਮਲ ਹਠ, ਨਿਰਮਲ ਤਪ ਤੇ ਨਿਰਮਲ ਜਪ। ਜੈਸੀ ਕੀਨੀ ਤੁਰਕ ਨੇ ਸੋ ਅਬ ਸੁਨੋ ਵਿਚਾਰ। ਜਿਸ ਤਰ੍ਹਾਂ ਤੁਰਕਾਂ ਨੇ ਇਹਨਾਂ ਖਾਲਸਿਆਂ ਦੇ ਨਾਲ ਕੀਤੀ ਹੈ, ਕਵੀ ਜੀ ਕਹਿੰਦੇ ਹਨ ਉਹ ਬੜੇ ਤੁਸੀਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰਨਾ ਕਰੋ ਜੀ। ਜੋ ਪਈ ਸੁਬੇਗ ਸਿੰਘ ਫੜ ਜਬਰੋ ਮੰਗਾਇਆ। ਅਤੇ ਸਾਧ ਸੰਗਤ ਜੀ ਜੰਬਰ ਨਗਰ ਤੋਂ ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਸ਼ੁਬੇਗ ਸਿੰਘ ਜੀ, ਭਾਈ ਸ਼ੁਬੇਗ ਸਿੰਘ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਸਰਕਾਰੀ ਦਰਬਾਰੇ ਨੌਕਰੀ ਵੀ ਕਰਿਆ ਕਰਦੇ ਸਨ, ਤੇ ਨਾਲ ਦੀ ਨਾਲ ਭਾਵ ਖਾਲਸੇ ਦਾ ਵੀ ਆਪਣਾ ਉੱਥੇ ਪੱਖ ਰੱਖਿਆ ਕਰਦੇ ਸੀ। ਜਿਸ ਸਮੇਂ ਨਵਾਬੀ ਭੇਜੀ ਸੀ ਖਾਲਸੇ ਨੂੰ, ਉਸ ਸਮੇਂ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਸਰਦਾਰ ਦਰਬਾਰਾ ਸਿੰਘ ਜੀ, ਜੋ ਸਮੇਂ ਕੌਮ ਦੇ ਅੱਗੇ ਜਿਸ ਤਰ੍ਹਾਂ ਲੀਡਰ ਸਨ ਉਸ ਸਮੇਂ ਦੇ, ਜਿਸ ਸਮੇਂ ਨਵਾਬੀ ਭੇਜੀ ਇਹ ਸਰਦਾਰ ਭਾਈ ਸ਼ੁਬੇਗ ਸਿੰਘ ਜੀ ਹੀ ਲੈ ਕੇ ਗਏ ਸਨ ਨਵਾਬੀ। ਜਿਸ ਸਮੇਂ ਖਾਲਸੇ ਨੂੰ ਆਖਿਆ ਕਿ ਖਾਲਸਾ ਜੀ ਨਵਾਬੀ ਆਈ ਹੈ, ਇਹ ਜ਼ਕਰੀਆ ਖਾਨ ਨੇ ਭੇਜੀ ਹੈ, ਕਿਉਂਕਿ ਜਿਸ ਸਮੇਂ ਜ਼ਕਰੀਆ ਖਾਨ ਨੇ ਦੇਖਿਆ ਸਿੰਘਾਂ ਨੂੰ ਅਸੀਂ ਮਾਰਦੇ ਮਾਰਦੇ ਮੁੱਕ ਗਏ ਹਾਂ, ਪਰ ਇਹ ਮੁੱਕਣ ਤੇ ਹੀ ਨਹੀਂ ਆਉਂਦੇ। ਅਤੇ ਸਾਧ ਸੰਗਤ ਜੀ ਉਸ ਸਮੇਂ ਜ਼ਕਰੀਆ ਖਾਨ ਨੇ ਫਿਰ ਆਪਣੇ ਸਰਕਾਰੀ ਦਰਬਾਰੇ ਗੱਲ ਕਰਕੇ ਦੇਖੀ ਕਿ ਸਿੰਘਾਂ ਨੂੰ ਚਲੋ ਹੁਣ ਆਪਾਂ ਜੋ ਜ਼ਮੀਨਾਂ ਹਨ ਉਹ ਲਾਟ ਕਰ ਦਿੰਦੇ ਹਾਂ, ਕਿਤੇ ਸ਼ਾਂਤੀ ਨਾਲ ਟਿਕ ਜਾਣ। ਜਿਸ ਸਮੇਂ ਖਾਲਸੇ ਨੂੰ ਇਹਨਾਂ ਨੇ ਬਹੁਤ ਭਾਰੀ ਜਿਸ ਤਰ੍ਹਾਂ ਸਾਧ ਸੰਗਤ ਜੀ ਭੇਟਾਵਾਂ ਭੇਟ ਕੀਤੀਆਂ, ਤਾਂ ਖਾਲਸਾ ਵੀ ਅੱਗੋਂ ਸਾਧ ਸੰਗਤ ਜੀ ਜਿਸ ਸਮੇਂ ਭਾਈ ਸ਼ੁਬੇਗ ਸਿੰਘ ਜੀ ਆਏ, ਖਾਲਸਾ ਕਹਿੰਦਾ ਸੀ ਕਿਹੜਾ ਇਹਨਾਂ ਤੋਂ ਨਵਾਬੀਆਂ ਮੰਗੀਆਂ ਹਨ। ਆਪ ਜੀਆਂ ਨੇ ਇਤਿਹਾਸ ਸ਼ਰਵਣ ਕੀਤਾ ਹੋਊਗਾ, ਨਵਾਬੀ ਖਾਲਸੇ ਦੇ ਚਰਨਾਂ ਵਿੱਚ ਰੋਲਦੀ ਦਿਖੀ ਉੱਥੇ ਸਾਧ ਸੰਗਤ ਜੀ। ਐਸਾ ਖਾਲਸਾ ਗੁਰੂ ਕਾ। ਫਿਰ ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਜੀਆਂ ਨੂੰ ਨਵਾਬੀ ਬਖਸ਼ੀ, ਜਿਸ ਸਮੇਂ ਜ਼ਿਕਰ ਆਉਂਦਾ ਹੈ ਘੋੜਿਆਂ ਦੀ ਲਿੱਦ ਇਕੱਠੀ ਕਰ ਰਹੇ ਸੀ ਨਵਾਬ ਕਪੂਰ ਸਿੰਘ, ਤਾਂ ਉਸ ਸਮੇਂ ਜਥੇਦਾਰ ਜੀ ਕਹਿੰਦੇ ਹਨ ਇਹਨਾਂ ਨੂੰ ਨਵਾਬੀ ਦੇ ਦਿੰਦੇ ਹਾਂ। ਤਾਂ ਉਸ ਸਮੇਂ ਨਵਾਬ ਕਪੂਰ ਸਿੰਘ ਨੇ ਕਿਹਾ ਨਵਾਬੀ ਮੈਂ ਤਾਂ ਲਵਾਂਗਾ ਜੇ ਮੈਂ ਇਸੇ ਤਰ੍ਹਾਂ ਘੋੜਿਆਂ ਦੀ ਲਿੱਦ ਮੈਂ ਚੱਕਦਾ ਰਵਾਂਗਾ ਤਾਂ ਖਾਲਸਾ ਮੈਨੂੰ ਰੋਕੇਗਾ ਨਹੀਂ। ਉਸ ਸਮੇਂ ਜਿਸ ਤਰ੍ਹਾਂ ਸਰਦਾਰ ਸ਼ੁਬੇਗ ਸਿੰਘ ਜੀਆਂ ਨੇ ਦੱਸਿਆ ਸੀ ਕਿ ਹਜੇ ਨਵਾਬੀ ਰੱਖ ਲਵੋ, ਆਪਾਂ ਆਪਣੇ ਗੁਰੂ ਘਰ ਦੀ ਤਿਆਰੀ ਕਰਾਂਗੇ ਤੇ ਉਸ ਤੋਂ ਬਾਅਦ ਚੋਂ ਆਪਾਂ ਤਾਂ ਪਾਤਸ਼ਾਹੀਆਂ ਲੈਣੀਆਂ ਹਨ। ਇਹਨਾਂ ਨੂੰ ਸਾਧ ਸੰਗਤ ਜੀ ਜਿਸ ਸਮੇਂ ਗੋਰੇ ਨੇ ਪੁੱਛਿਆ ਸੀ ਇਹ ਸਿੰਘ ਕਿਹੜੀ ਕੌਮ ਹੈ, ਭਾਵ ਇਹ ਕਿੱਥੋਂ ਆਉਂਦੇ ਹਨ ਤੇ ਇਹਨਾਂ ਨੂੰ ਪਾਤਸ਼ਾਹੀ ਕਿੰਨੇ ਬਖਸ਼ੀ ਹੈ, ਜਿੱਥੇ ਬਹਿੰਦੇ ਹਨ ਉੱਥੇ ਹੀ ਡੇਰਾ ਲਾ ਲੈਂਦੇ ਹਨ, ਜਿੱਥੇ ਬਹਿ ਜਾਂਦੇ ਹਨ ਕਹਿੰਦੇ ਹਨ ਇੱਥੋਂ ਖਾਲਸੇ ਦੇ ਰਾਜ ਦੀ ਹੱਦ ਸ਼ੁਰੂ ਹੁੰਦੀ ਹੈ। ਤਾਂ ਸਾਧ ਸੰਗਤ ਜੀ ਉਸ ਸਮੇਂ ਗੋਰੇ ਨੂੰ ਦੱਸਿਆ ਸੀ ਇਨ ਪਾਤਸ਼ਾਹੀ ਸੱਚੇ ਸਾਹੇ ਦਈ, ਇਹਨਾਂ ਨੂੰ ਪਾਤਸ਼ਾਹੀ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਹੀ ਬਖਸ਼ੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਹਨ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ,
ਯਾਦ ਰੱਖੇ ਹਮਰੀ ਗਰਿਆਈ। ਇਹ ਸਿੰਘ ਕਹਿੰਦੇ ਹਨ ਸਾਨੂੰ ਗਰੀਬਾਂ ਨੂੰ ਪਾਤਸ਼ਾਹੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਉੱਥੇ ਹੀ ਸਾਧ ਸੰਗਤ ਜੀ ਪਾਤਸ਼ਾਹੀ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਖਾਲਸੇ ਨੂੰ ਬਖਸ਼ੀ ਹੈ, ਜਿਸ ਨੂੰ ਬਖਸ਼ੈ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮਹਾਰਾਜ ਜੀ ਕਹਿੰਦੇ ਹਨ ਸਾਡਾ ਖਾਲਸਾ ਤਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਜਿਸ ਸਮੇਂ ਸਾਧ ਸੰਗਤ ਜੀ ਭਾਈ ਸ਼ੁਬੇਗ ਸਿੰਘ ਜੀਆਂ ਨੇ ਜਾ ਕੇ ਦੱਸਿਆ ਕਿ ਸਿੰਘੋ ਹਜੇ ਪਾਤਸ਼ਾਹੀ ਰੱਖ ਲਵੋ, ਉਸ ਸਮੇਂ ਸਾਧ ਸੰਗਤ ਜੀ ਕੋ ਸਿੰਘਾਂ ਨੇ ਆਖਿਆ ਕਿ ਸ਼ੁਬੇਗ ਸਿੰਘ ਵਾਹਵਾ ਪੜ੍ਹਿਆ ਲਿਖਿਆ ਹੈ, ਇਹ ਸਿਆਣੀ ਗੱਲ ਕਰਦਾ ਹੈ, ਇਹਦੀ ਗੱਲ ਵੀ ਮੰਨ ਲੈਂਦੇ ਹਾਂ। ਤਾਂ ਨਵਾਬੀ ਸਰਦਾਰ ਕਪੂਰ ਸਿੰਘ ਜੀਆਂ ਨੂੰ ਦਿੱਤੀ ਸੀ। ਉਸ ਤੋਂ ਬਾਅਦ ਆਓ ਜਿਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਪ੍ਰਸੰਗ ਆਉਂਦਾ ਹੈ, ਸ਼ਰਵਣ ਕਰਨਾ ਕਰੋ। ਤਿਸ ਕਾ ਬੇਟਾ ਸਾਥ ਫੜਾਇਆ। ਤਾਂ ਸਾਧ ਸੰਗਤ ਜੀ ਉਸ ਸਮੇਂ ਜਿਸ ਸਮੇਂ ਸਾਧ ਸੰਗਤ ਜੀ ਜ਼ਕਰੀਆ ਖਾਨ ਤੇ ਜਿਸ ਤਰ੍ਹਾਂ ਉਹਨੇ ਹੁਕਮ ਕਰ ਦਿੱਤਾ ਕਿ ਜੋ ਇਹ ਭਾਈ ਸ਼ੁਬੇਗ ਸਿੰਘ ਜੀ ਹਨ ਇਹਨਾਂ ਨੂੰ ਵੀ ਪਕੜ ਲਿਆ ਜਾਵੇ, ਤਾਂ ਜੋ ਇਹਨਾਂ ਦਾ ਭੁਜੰਗੀ ਹੈ ਸ਼ਾਹਬਾਜ਼ ਸਿੰਘ ਉਹਨੂੰ ਵੀ ਨਾਲ ਕੈਦ ਕਰ ਲਿਆ ਜਾਵੇ। ਕਹਿਓ ਨਵਾਬ ਤੁਮ ਆਵੋ ਦਾਨ। ਉਸ ਸਮੇਂ ਨਵਾਬ ਨੇ ਕਿਹਾ ਤੁਮ ਆਵੋ ਦੀਨ, ਕਿ ਤੁਸੀਂ ਸਾਡਾ ਮੁਸਲਮਾਨ ਧਰਮ ਅਪਣਾਵੋ, ਕਿਉਂਕਿ ਨਵਾਬ ਨੇ ਉਸ ਸਮੇਂ ਵੇਖਿਆ ਹੈ ਤੁਸੀਂ ਜਿੰਨੀ ਸਿੱਖੀ ਦੇ ਵਿੱਚ ਰਹਿ ਕੇ ਇੱਥੇ ਨੌਕਰੀ ਕਰਨੀ ਸੀ ਕਰ ਲਿਆ, ਕਿਉਂਕਿ ਨਵਾਬ ਦੇ ਹੁਕਮ ਸੀ ਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਪਾਵੇ ਹਮਰੇ ਦੇਸ। ਕਹਿੰਦਾ ਹੈ ਜਿੰਦੇ ਸਿਰ ਤੇ ਕੇਸ ਦਿਖਣਗੇ ਉਹ ਸਾਡੇ ਦੇਸ਼ ਵਿੱਚ ਨਹੀਂ ਰਹਿਣਗੇ। ਕੇਸਨ ਵਾਲਾ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਭਾਵ ਭਾਵੇਂ ਬੱਚਾ ਹੈ ਚਾਹੇ ਬਜ਼ੁਰਗ ਹੈ, ਜੇ ਤਾਂ ਦੀਨੇ ਇਸਲਾਮ ਭਾਵ ਮੁਸਲਮਾਨ ਬਣਨ ਨੂੰ ਤਿਆਰ ਹੁੰਦਾ ਹੈ ਤਾਂ ਉਸ ਨੂੰ ਜਗੀਰਾਂ ਦਿੱਤੀਆਂ ਜਾਣ, ਸਭ ਭੇਟਾਵਾਂ ਦਿੱਤੀਆਂ ਜਾਣ। ਜੇ ਅੱਗੋਂ ਮਨਾ ਕਰਦੇ ਹਨ ਤਾਂ ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ। ਸਾਧ ਸੰਗਤ ਜੀ ਭਲੀ ਪ੍ਰਕਾਰ ਆਪ ਇਤਿਹਾਸ ਤੋਂ ਜਾਣਦੇ ਹੋ ਕਿ ਜਿਸ ਤਰ੍ਹਾਂ ਮਾਵਾਂ ਨੇ ਆਪਣੇ ਪੁੱਤਰਾਂ ਦੇ ਗਲ ਵਿੱਚ ਹਾਰ ਪਵਾ ਲਏ ਪਰੋ ਕੇ, ਪਰ ਕੋਈ ਵੀ ਸਾਧ ਸੰਗਤ ਜੀ ਇੱਕ ਵੀ ਬੱਚਾ ਉਸ ਸਮੇਂ ਕੇਸ ਨਾ ਸੀ ਕਿਸੇ ਨੇ ਕਤਲ ਕਰਵਾਏ, ਕੋਈ ਮੁਸਲਮਾਨ ਨਾ ਸੀ ਬਣਿਆ। ਇਹ ਸਾਡਾ ਇਤਿਹਾਸ ਜ਼ਿਕਰ ਕਰਦਾ ਹੈ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਭਾਈ ਸ਼ੁਬੇਗ ਸਿੰਘ ਜੀਆਂ ਨੂੰ ਕਹਿੰਦੇ ਹਨ ਤੁਸੀਂ ਦੀਨ ਕਬੂਲ ਕਰ ਲਵੋ, ਕਿਉਂਕਿ ਉਸ ਸਮੇਂ ਦੇ ਹੁਕਮ ਵੀ ਐਸੇ ਸਨ, ਦੱਸਣ ਵਾਲੇ 5 ਰੁਪਏ ਮਾਰਨ ਵਾਲੇ 50। ਜੇ ਕੋਈ ਸਿੰਘ ਦੀ ਸ਼ਹਿ ਦਿੰਦਾ ਸੀ ਸਿੰਘ ਇੱਥੇ ਆ ਉਹਨੂੰ 10 ਰੁਪਏ ਦਿੱਤੇ ਜਾਂਦੇ ਸੀ, ਜੇ ਕੋਈ ਮਾਰਦਾ ਸੀ ਉਹਨੂੰ 50। ਭਾਵ ਕਿ ਜਿਸ ਸਭ ਨੂੰ ਇਹ ਚਾਹੁੰਦੇ ਸਨ ਕਿ ਜ਼ੁਲਮ ਦੇ ਨਾਲ ਸਾਧ ਸੰਗਤ ਜੀ ਮੁਸਲਮਾਨ ਬਣਾ ਲਿਆ ਜਾਵੇ। ਲੇਵੋ ਦਾਮ ਓ ਕਾਮ ਜ਼ਮੀਨ। ਅਤੇ ਇਸੇ ਤਰ੍ਹਾਂ ਜਗੀਰਾਂ ਦੇ ਲਾਲਚ ਦੇਣ ਲੱਗੇ ਹਨ ਭਾਈ ਸ਼ੁਬੇਗ ਸਿੰਘ ਜੀਆਂ ਨੂੰ। ਕਹਿੰਦੇ ਹਨ ਤੁਸੀਂ ਦਾਮ ਭਾਵ ਦਮੜੇ ਲੈਣਾ ਕਰੋ, ਜ਼ਮੀਨਾਂ ਤੁਹਾਨੂੰ ਅਲਾਟ ਕਰ ਦਿੱਤੀਆਂ ਜਾਣਗੀਆਂ, ਤੇ ਜੇ ਨਾ ਮੰਨੇ ਜੋ ਵੀ ਤੁਹਾਡੇ ਪਾਸ ਜ਼ਮੀਨਾਂ ਹਨ ਸਭ ਕੁਕਰੀ ਭਾਵ ਸਭ ਖੋਹ ਲਈਆਂ ਜਾਣਗੀਆਂ, ਤੇ ਸਾਰਾ ਹੀ ਤੁਹਾਡੇ ਤੋਂ ਜੋ ਵੀ ਘਰ ਬਾਰ ਹੈ ਖੋਹ ਲਿਆ ਜਾਵੇਗਾ। ਨਹੀਂ ਤੋ ਮਰਨੋ ਕਰ ਮਨਜੂਰ। ਜੇ ਨਹੀਂ ਜ਼ਮੀਨ ਵੀ ਖੋਹ ਲਈ ਜਾਵੇਗੀ ਤੇ ਨਾਲ ਦੀ ਨਾਲ ਫਿਰ ਮਰਨਾ ਕਬੂਲ ਕਰ ਲਾ ਸ਼ਹਿਬਾਜ਼ ਤੇ ਸ਼ੁਬੇਗ ਸਿਆਂ। ਚੜੋ ਚਰਖ ਗਰ ਹੋਵੋ ਚੂਰ। ਨਹੀਂ ਤਾਂ ਤੁਹਾਨੂੰ ਚਰਖੜੀਆਂ ਤੇ ਚਾੜ ਕੇ ਤੁਹਾਡੇ ਜੋ ਸੀਨਾ ਹੈ ਤੁਹਾਡਾ ਚੂਰੂ ਚੂਰ ਕਰ ਦਿੱਤਾ ਜਾਵੇਗਾ। ਸ਼ੁਬੇਗ ਸਿੰਘ ਤਬ ਕੁਰਨਸ਼ ਕਰੀ। ਤਾਂ ਸਾਧ ਸੰਗਤ ਜੀ ਉਸ ਤਰ੍ਹਾਂ ਧੰਨ ਭਾਈ ਸ਼ੁਬੇਗ ਸਿੰਘ ਜੀ ਹਨ, ਅਕਾਲ ਪੁਰਖ ਵਾਹਿਗੁਰੂ ਦੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਸਾਖਸ਼ਾਤ ਦਰਸ਼ਨ ਹੁੰਦੇ ਹਨ। ਕੁਰਨਸ਼ ਕਰੀ ਭਾਵ ਮਹਾਰਾਜ ਜੀਆਂ ਦੀ ਜੋ ਮੂਰਤ ਹੈ ਆਪਣੇ ਮਨ ਵਿੱਚ ਵਸਾ ਕੇ ਨਮਸਕਾਰ ਕੀਤੀ ਹੈ। ਤਨ ਚਰਖੜੀ ਤਾਨੀ ਹੈ ਕਰੀ। ਤਾਂ ਭਾਈ ਸ਼ੁਬੇਗ ਸਿੰਘ ਜੀ ਕਹਿੰਦੇ ਹਨ ਧਨ ਹੈ ਜ਼ਕਰੀਆ ਖਾਨ ਤੇਰੀ ਚਰਖੜੀ, ਤੇ ਧਨ ਹੈ ਇਹ ਘੜੀ ਜੋ ਸਮਾਂ ਹੈ। ਚਾੜ ਚੜਖੜੀ ਹਮੈ ਗਿਰਾਵੋ। ਅਤੇ ਚਾੜ ਕੇ ਜੇ ਚਰਖੜੀ ਤੂੰ ਚਾਹਣਾ ਹੈ ਜੇ ਸਾਨੂੰ ਸ਼ਹੀਦ ਕਰ ਦੇਵੇਂ, ਸੋ ਅਬ ਹਮਕੋ ਢੀਲ ਨਾ ਆਵੋ। ਕਹਿੰਦੇ ਹਨ ਬਾਲਾ ਟਾਈਮ ਨਾ ਲਾ ਬਾਦਸ਼ਾਹ,
ਹੁਣੇ ਹੀ ਸਾਨੂੰ ਸ਼ਹੀਦ ਕਰ ਦੇ, ਬਾਲਾ ਟਾਈਮ ਸਾਡੇ ਤੋਂ ਵੀ ਨਹੀਂ ਰਿਹਾ ਜਾਂਦਾ। ਹਮ ਤੋ ਗੁਰ ਕੇ ਸਿੱਖ ਸਦਾਵੈਂ, ਅਸੀਂ ਤਾਂ ਜੱਗ ਦੇ ਵਿੱਚ ਗੁਰੂ ਕੇ ਸਿੱਖ ਸਦਾਉਂਦੇ ਹਾਂ ਤੇ ਸਾਡੀ ਹਜੂਰ ਆਪ ਸਾਡੀ ਲੱਜ ਪੱਤ ਰੱਖਣਗੇ। ਗੁਰ ਕੇ ਹੇਤ ਪ੍ਰਾਣ ਪਲ ਜਾਵੈਂ, ਤੇ ਜੇ ਸਾਡੇ ਪ੍ਰਾਣ ਬਾਜਾਂ ਵਾਲੇ ਪਿਤਾ ਜੀਆਂ ਦੇ ਚਰਨਾਂ ਤੋਂ ਜੇ ਨਿਸ਼ਾਵਰ ਕਰ ਦਈਏ, ਧਨ ਨਵਾਬ ਧਨ ਪਵ ਦੀਨ, ਨਵਾਬ ਤੂੰ ਵੀ ਧਨ ਹੈ ਤੇ ਤੇਰਾ ਦੀਨ ਵੀ ਧਨ ਹੈ, ਜੋ ਸਾਨੂੰ ਐਸੀ ਭਾਵ ਸੋਹਣੀ ਘੜੀ ਲੈ ਕੇ ਆਇਆ ਹੈ। ਆਦਲ ਹੈ ਤੂੰ ਬੜੋ ਪ੍ਰਬੀਨ, ਤੇ ਤੂੰ ਆਦਲ ਹੈ ਭਾਵ ਨਿਆਏ ਕਰਨ ਵਾਲਾ ਹੈ, ਤੇ ਇੱਥੇ ਨਿਆਂ ਕਰਨ ਵਾਸਤੇ ਤੂੰ ਜਾਣਿਆ ਜਾਂਦਾ ਹੈ। ਮਰਨੋਂ ਡਰ ਹਮ ਦੀਨ ਮੋ ਕਰੋ, ਅਤੇ ਕਹਿੰਦੇ ਹਨ ਸਾਨੂੰ ਤੂੰ ਮੌਤ ਦਾ ਡਰ ਦੇ ਕੇ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਇਹ ਸਾਧ ਸੰਗਤ ਜੀ ਉਹਦੇ ਲਈ ਸ਼ਰਮਿੰਦਗੀ ਦੇ ਬਚਨ ਸਨ, ਕਿਉਂਕਿ ਕੋਈ ਵੀ ਮੁਸਲਮਾਨ ਹਜੂਰ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਮੁਸਲਮਾਨ ਮੋਮ ਦਿਲ ਹੋਵੇ, ਭਾਵ ਉਹ ਮੋਮ ਦੇ ਦਿਲ ਵਰਗਾ ਹੁੰਦਾ ਹੈ, ਕਿਸੇ ਨਾਲ ਧੱਕਾ ਨਹੀਂ ਕਰਦਾ। ਭਾਈ ਸ਼ਬੇਗ ਸਿੰਘ ਜੀ ਕਹਿੰਦੇ ਹਨ ਤੂੰ ਵੀ ਬੜਾ ਨਿਆਂ ਕਰ ਰਿਹਾ ਹੈ, ਤੇਰਾ ਦੀਨ ਧਰਮ ਵੀ ਧਨ ਹੈ। ਭਾਵ ਕਹਿ ਰਹੇ ਹਨ ਕਿ ਅਸੀਂ ਜੇ ਤੇਰਾ ਦੀਨ ਧਰਮ ਕਬੂਲ ਕਰ ਲਈਏ, ਹੋਏ ਦੀਨ ਮੈਂ ਫਿਰ ਨਹਿ ਮਰੋ, ਤੇ ਕਹਿੰਦੇ ਹਨ ਫਿਰ ਕਿਤੇ ਸਾਨੂੰ ਮੌਤ ਨਹੀਂ ਆਉਣੀ। ਭਾਵ ਮੁਸਲਮਾਨ ਹੋ ਕੇ ਸਾਡੇ ਸਰੀਰ ਪੱਥਰ ਦੇ ਹੋ ਜਾਣਗੇ। ਭਾਵ ਅਸੀਂ ਤੇਰਾ ਦੀਨ ਕਬੂਲ ਨਹੀਂ ਕਰਦੇ। ਜੇ ਤੂੰ ਕਹਿੰਦਾ ਹੈ ਕਿ ਮੁਸਲਮਾਨ ਜੇ ਬਣ ਜਾਈਏ, ਸਾਨੂੰ ਸਾਧ ਸੰਗਤ ਜੀ ਅੱਜ ਕੁਝ ਕੁ ਲਾਲਚਾਂ ਕਰਕੇ ਜੇ ਤਾਂ ਦੁੱਖ ਆਉਂਦਾ ਹੈ, ਕਹਿੰਦੇ ਹਾਂ ਹਜੂਰ ਤੁਹਾਡੇ ਸਿੱਖ ਹਾਂ। ਭਾਵ ਜੇ ਭਾਵ ਵਾਹਿਗੁਰੂ ਜੇ ਸੁੱਖ ਆਉਂਦਾ ਹੈ, ਕਹਿੰਦੇ ਹਾਂ ਹਜੂਰ ਤੁਹਾਡੇ ਸਿੱਖ ਹਾਂ। ਥੋੜਾ ਜਿਹਾ ਦੁੱਖ ਆਇਆ ਨਹੀਂ, ਜੇ ਕੋਈ ਕਹਿ ਦਵੇ ਤੁਹਾਡੀ ਅਰਦਾਸ ਕਰਾਂਗੇ, ਭਾਵ ਤੁਹਾਡੀਆਂ ਬਿਮਾਰੀਆਂ ਦੂਰ ਕਰ ਦੇਵਾਂਗੇ, ਕਹਿੰਦੇ ਹਾਂ ਇਹ ਧਰਮ ਚੰਗਾ ਹੈ, ਇਹ ਅਪਣਾ ਲੈਂਦੇ ਹਨ। ਧੰਨ ਹਨ ਉਹ ਗੁਰੂ ਕੇ ਸਿੱਖ ਸਾਧ ਸੰਗਤ ਜੀ, ਜਿਨ੍ਹਾਂ ਦਾ ਆਪ ਹਰ ਰੋਜ਼ ਅਰਦਾਸਾਂ ਵਿੱਚ ਨਾਮ ਲੈਂਦੇ ਹੋ। ਖੋਪਰੀਆਂ ਲਹਾਈਆਂ, ਮੱਥੇ ਵਿੱਚ ਤਸਵੀਰ ਬਣਦੀ ਹੈ 25 ਸਾਲਾਂ ਦਾ ਨੌਜਵਾਨ ਭਾਈ ਤਾਰੂ ਸਿੰਘ ਜੀ ਖੋਪਰ ਲਹਾ ਰਿਹਾ ਹੈ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ, ਬੰਦ ਕਟਾਏ। ਧੰਨ ਭਾਈ ਮਣੀ ਸਿੰਘ ਜੀ ਅੱਖਾਂ ਅੱਗੇ ਆਉਂਦੇ ਹਨ, ਜਲਾਦ ਨੂੰ ਕਹਿੰਦੇ ਹਨ ਤੂੰ ਬੰਦ ਕੋ ਜਾਣਤ ਨਹੀਂ, ਜਲਾਦਾ ਤੈਨੂੰ ਪਤਾ ਨਹੀਂ ਬੰਦ ਕੀ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਚਰਖੜੀਆਂ ਤੇ ਚੜੇ, ਜਿਨ੍ਹਾਂ ਦਾ ਆਪ ਹੁਣ ਇਤਿਹਾਸ ਸ਼ਰਵਣ ਕਰ ਰਹੇ ਹੋ ਕਿ ਜਿਨ੍ਹਾਂ ਨੇ ਚਰਖੜੀਆਂ ਤੇ ਚੜ ਕੇ ਆਪਣੇ ਬੋਟੀ ਨੋਚ ਖਾਧੀ ਸੀ ਜ਼ਾਲਮਾਂ ਨੇ, ਪਰ ਫਿਰ ਵੀ ਧਰਮ ਨਾ ਸੀ ਪਰਿਵਰਤਨ ਕੀਤਾ, ਆਰਿਆਂ ਨਾਲ ਚਿਰਾਏ ਗਏ। ਧੰਨ ਭਾਈ ਮਤੀ ਸਿੰਘ ਜੀ ਕਹਿੰਦੇ ਹਨ ਮੋਹਿ ਆਰਾ ਪਿਆਰਾ ਲਗਤ ਹੈ, ਕਹਿੰਦੇ ਹਨ ਆਰਾ ਤਾਂ ਮੈਨੂੰ ਬੜਾ ਪਿਆਰਾ ਲੱਗਦਾ ਹੈ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ, ਭਾਵ ਕੇਸਾਂ ਦੇ ਨਾਲ ਇੱਥੇ ਸਵਾਸਾਂ ਦਾ ਸੰਬੰਧ ਹੈ। ਗੁਰੂ ਘਰ ਵਿੱਚ ਕਹਿੰਦੇ ਹਨ ਸਾਡੇ ਕੇਸ ਨਹੀਂ ਜਾਣੇ ਚਾਹੀਦੇ, ਸਵਾਸ ਨਿਕਲ ਜਾਣ। ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਪੰਥ ਖਾਲਸਾ ਸਾਹਿਬ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਹਾਂਜੀ, ਹੋਏ ਦੀਨ ਮੈਂ ਫਿਰ ਨਹਿ ਮਰੋ, ਕਹਿੰਦੇ ਹਨ ਜੇ ਮੁਸਲਮਾਨ ਬਣ ਜਾਈਏ ਸਾਨੂੰ ਮੌਤ ਨਹੀਂ ਆਉਣੀ, ਭਾਵ ਮੌਤ ਤਾਂ ਉੱਥੇ ਵੀ ਆ ਘੇਰੇਗੀ। ਜੋ ਫਿਰ ਪੀ ਸਿਰ ਮਰਨੋ ਰਹੈ, ਕਹਿੰਦੇ ਹਨ ਜੇ ਫਿਰ ਵੀ ਮੌਤ ਆ ਹੀ ਜਾਣੀ ਹੈ, ਐਸ ਜੀਵਨ ਕਿਉਂ ਧਰਮ ਤਜ ਬਹੈ। ਕਹਿੰਦੇ ਹਨ ਫਿਰ ਧਰਮ ਨੂੰ ਛੱਡ ਕੇ ਭਾਵ ਮੂੰਹ ਸਿਰ ਮਿਲਾ ਕੇ ਭੇਡਾਂ ਕਿਉਂ ਬਣ ਜਾਈਏ। ਕਹਿੰਦੇ ਹਨ ਕਿ ਐਸਾ ਸਾਡਾ ਧਰਮ ਹੈ, ਸਾਡਾ ਧਰਮ ਸਾਬਤ ਸੂਰਤ ਕੇਸਾ ਧਾਰੀ ਹਜੂਰ ਨੇ ਸਜਾਇਆ ਹੈ, ਅਸੀਂ ਆਪਣਾ ਧਰਮ ਕਿਉਂ ਛੱਡੀਏ। ਮਰਨੋ ਡਰ ਹਮ ਆਵੈ ਦੀਨ, ਕਹਿੰਦੇ ਹਨ ਕਿ ਮਰਨੋ ਡਰ ਜਿਸ ਤਰ੍ਹਾਂ ਆ ਰਿਹਾ ਹੈ ਹਮ ਆਵੈ ਦੀਨ, ਜੇ ਮੌਤ ਦਾ ਡਰ ਖੌਫ ਲੈ ਕੇ ਹਿਰਦੇ ਦੇ ਵਿੱਚ ਜੇ ਅਸੀਂ ਆਪ ਜੀਆਂ ਦਾ ਧਰਮ ਭਾਵ ਮੁਸਲਮਾਨ ਬਣ ਜਾਈਏ, ਜੇ ਹੋਏ ਮਰਨੋ ਨਾਹੇ ਕਬਨ, ਕਿ ਕਹਿੰਦੇ ਹਨ ਜੇ ਮੁੜ ਕੇ ਫਿਰ ਕਦੇ ਨਾ ਮਰਨਾ ਹੋਵੇ ਤੇ ਫਿਰ ਸਾਨੂੰ ਜੇ ਕਿਤੇ ਮੌਤ ਨਾ ਆਵੇ। ਜੈਸੇ ਤੁਮੈ ਦੀਨ ਹੈ ਪਿਆਰਾ, ਹੇ ਨਵਾਬ ਜਿਵੇਂ ਤੈਨੂੰ ਆਪਣਾ ਮਜਬ ਪਿਆਰਾ ਹੈ, ਤੈਸੇ ਹੀ ਹੈ ਧਰਮ ਹਮਾਰਾ। ਐਦਾਂ ਹੀ ਸਾਨੂੰ
ਆਪ ਦਾ ਧਰਮ ਪਿਆਰਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁੱਛਿਆ ਸੀ ਕਿ ਪੰਥ ਤੁਮਾਰਾ ਖੂਬ ਕੇ ਹਮਾਰਾ ਖੂਬ। ਉਸ ਸਮੇਂ ਪੁੱਛਿਆ ਸੀ ਤੁਹਾਡਾ ਪੰਥ ਖੂਬ ਹੈ ਕਿ ਸਾਡਾ ਪੰਥ ਖੂਬ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਉਸ ਸਮੇਂ ਬਚਨ ਕਹੇ ਸੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਸਾਡੇ ਲਈ ਸਾਡਾ ਧਰਮ ਸਭ ਕੁਝ ਹੈ, ਤੁਹਾਡੇ ਲਈ ਤੁਹਾਡਾ। ਇਸ ਤਰ੍ਹਾਂ ਸਾਧ ਸੰਗਤ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਭਾਈ ਸ਼ਬੇਗ ਸਿੰਘ ਜੀ ਕਹਿ ਰਹੇ ਹਨ ਕਿ ਹੇ ਨਵਾਬ ਤੈਨੂੰ ਤੇਰਾ ਜਿਸ ਤਰ੍ਹਾਂ ਮਜ਼ਹਬ ਪਿਆਰਾ ਹੈ ਇਸੇ ਤਰ੍ਹਾਂ ਸਾਨੂੰ ਧਰਮ ਪਿਆਰਾ ਹੈ। ਚਾੜ ਚਰਖੜੀ ਅਬੈ ਮਰਾਵੋ। ਕਹਿੰਦੇ ਹਨ ਢਿੱਲਣਾ ਕਰ ਨਵਾਬ ਚਰਖੜੀ ਤੇ ਚਾੜ ਕੇ ਹੁਣੇ ਹੀ ਸਾਨੂੰ ਸ਼ਹੀਦ ਕਰ ਦੇ। ਮਾਰੋ ਅਬੈ ਨਾ ਦੇਰ ਲਗਾਵੋ। ਕਹਿੰਦੇ ਹਨ ਨਵਾਬ ਬਹੁਤੀ ਦੇਰ ਗੱਲਾਂ ਵਿੱਚ ਨਾ ਸਮਾਂ ਗੁਜਾ, ਭਾਵ ਸਾਨੂੰ ਹੁਣੇ ਹੀ ਚਰਖੜੀ ਦਾ ਸਵਾਦ ਦਿਖਾ। ਮੁਸਲਮਾਨ ਹਮ ਹੋਵਹਿ ਨਾਹੀ। ਕਹਿੰਦੇ ਹਨ ਇਹ ਦੇਖ ਇਹ ਤਾਂ ਭੁੱਲ ਜਾ ਅਸੀਂ ਮੁਸਲਮਾਨ ਨਹੀਂ ਬਣਾਂਗੇ। ਸੁਬੇਗ ਸਿੰਘ ਤਬ ਐਸੇ ਕਹੈ। ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਬਚਨ ਧੰਨ ਭਾਈ ਸ਼ਬੇਗ ਸਿੰਘ ਜੀਆਂ ਨੇ ਆਪਣੇ ਮੁਖਾਰ ਬਿੰਦ ਤੋਂ ਕਹੇ ਹਨ। ਧੰਨ ਧੰਨ ਪੁੱਤਰ ਧੰਨ ਦਿਨ ਹੈ। ਕਹਿੰਦੇ ਹਨ ਧੰਨ ਹੈ ਪੁੱਤਰ, ਭਾਵ ਜਿਸ ਸਮੇਂ ਸਾਧ ਸੰਗਤ ਜੀ ਭਾਈ ਸ਼ਾਹਬਾਜ਼ ਸਿੰਘ ਜੀਆਂ ਨੂੰ ਬੜੇ ਤਰੀਕੇ ਨਾਲ ਤਸੀਹੇ ਦਿੱਤੇ ਗਏ, ਜਿਸ ਸਮੇਂ ਤਸੀਹੇ ਦੇ ਕੇ ਨਾ ਸੀ ਡੋਲੇ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਗ ਸਿੰਘ ਜੀ ਕਹਿ ਰਹੇ ਹਨ ਪੁੱਤਰਾ ਧੰਨ ਹੈ ਤੂੰ, ਧੰਨ ਧੰਨ ਪੁੱਤਰ ਧੰਨ ਦਿਨ ਇਹ। ਭਾਵ ਅੱਜ ਦਾ ਦਿਨ ਸਾਧ ਸੰਗਤ ਜੀ ਜੋ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਸੱਜ ਬੈਠੇ ਹਾਂ, ਕਹਿੰਦੇ ਹਨ ਬਹੁਤਾ ਸੋਹਣਾ ਦਿਨ ਚੜਿਆ ਹੈ ਪੁੱਤਰਾ, ਤੇਰੇ ਵਿਆਹ ਜਿੰਨਾ ਚਾਹ ਹੈ ਮੈਨੂੰ ਅੱਜ। ਸੋ ਧੰਨ ਪੁਰਖ ਜੋ ਧਰਮ ਨਿਭਾਹੈ। ਕਹਿੰਦੇ ਹਨ ਪੁੱਤਰਾ ਉਹ ਪੁਰਖ ਧੰਨ ਹੈ ਜੋ ਧਰਮ ਨੂੰ ਨਿਭਾਉਂਦਾ ਹੋਇਆ, ਭਾਵ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਕਹਿੰਦੇ ਹਨ ਪੁੱਤਰ ਨੂੰ ਸਮਝਾਉਂਦੇ ਹਨ ਉਹਦੀ ਵੀ ਸੰਸਾਰ ਤੇ ਕੀ ਲੋਕ ਪ੍ਰਲੋਕ ਵਿੱਚ ਉਸ ਦੇ ਜਸ ਦਾ ਡੰਕਾ ਖੜਕ ਜਾਂਦਾ ਹੈ। ਧੰਨ ਪੁਰਖ ਜੋ ਗੁਰਪਗ ਚਾਹੈ। ਕਹਿੰਦੇ ਹਨ ਧੰਨ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਪ੍ਰੇਮ ਲੱਗ ਗਿਆ ਹੈ, ਜੋ ਹਜੂਰ ਦੇ ਚਰਣਾ ਕਮਲਾਂ ਨੂੰ ਚਾਹੁੰਦਾ ਹੈ। ਇਸ ਕਲਯੁਗ ਦੇ ਵਿੱਚ ਉਹ ਵੀ ਭਾਰੀ ਸੂਰਮਾ ਹੈ। ਤਿਸੈ ਉਤਾਰ ਨਵਾਬ ਬੁਲਾਇਆ। ਤਾਂ ਸਾਧ ਸੰਗਤ ਜੀ ਉਸ ਸਮੇਂ ਨਵਾਬ ਨੇ ਜਿਸ ਤਰ੍ਹਾਂ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ ਬੁਲਾ ਲਿਆ ਦੈ ਕੈ ਦੁਖ ਫਿਰ ਬਾਤਨ ਲਾਇਆ। ਤੇ ਪਹਿਲਾਂ ਤਾਂ ਬਹੁਤੇ ਦੁੱਖ ਦਿੱਤੇ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ, ਫਿਰ ਗੱਲਾਂ ਵਿੱਚ ਲਾ ਲਿਆ। ਕਹਿੰਦਾ ਹੈ ਪੁੱਤਰਾ, ਭਾਵ ਇਹ ਨਵਾਬ ਸੀ ਸਾਧ ਸੰਗਤ ਜੀ ਬੜੇ ਚਲਾਕ ਹੁੰਦੇ ਨੇ। ਪਹਿਲਾਂ ਤਾਂ ਪੂਰੀ ਉਹਦੀ ਮਾਰ ਕੁੱਟ ਕੀਤੀ ਭਾਈ ਸ਼ਹਿਬਾਜ਼ ਸਿੰਘ ਜੀਆਂ ਨਾਲ, ਫਿਰ ਕਹਿੰਦਾ ਹੈ ਪੁੱਤਰਾ ਦੇਖੇ ਤੈਨੂੰ ਮਾਰਦੇ ਨੇ ਮੈਂ ਤੈਨੂੰ ਬਚਾ ਲਵਾਂਗਾ, ਤੂੰ ਦੀਨ ਕਬੂਲ ਕਰ ਲੈ। ਤੂੰ ਹੈ ਬਾਲਕ ਬੁੱਧ ਤੈ ਨਾਹੀ। ਕਹਿੰਦਾ ਹੈ ਤੂੰ ਤਾਂ ਬਾਲਕ ਹੈ, ਤੇਰੇ ਹਜੇ ਇੰਨੀ ਬੁੱਧੀ ਨਹੀਂ ਹੈਗੀ। ਕਰਕੇ ਹੱਠ ਕਿਉਂ ਉਮਰ ਗਵਾਹੀ। ਕਹਿੰਦੇ ਹਨ ਤੂੰ ਕਿਉਂ ਹੱਠ ਕਰਕੇ ਬੈਠਾ ਹੈ, ਤੇਰਾ ਬਾਪੂ ਤਾਂ ਹੱਠ ਕਰਦਾ ਹੈ ਪਰ ਤੂੰ ਆਪਣੀ ਉਮਰ ਦੇਖ ਹਜੇ 18 ਸਾਲ ਦੀ ਹੈ, ਹਜੇ ਤਾਂ ਤੂੰ ਵੇਖਿਆ ਕੀ ਹੈ ਸੰਸਾਰ ਦੇ ਰੌਣਕ ਮੇਲੇ। ਪਿਤਾ ਤੇਰੇ ਨੇ ਸਭ ਲਖ ਲਿਆ। ਕਹਿੰਦਾ ਹੈ ਪਿਤਾ ਦੀ ਤਾਂ ਤੇਰੇ ਦੀ ਉਮਰ ਹਜੇ ਵਡੇਰੀ ਹੋ ਗਈ ਹੈ, ਉਹਨੇ ਸਭ ਰੌਣਕ ਮੇਲੇ ਸੰਸਾਰ ਦੇ ਭਾਵ ਵੇਖ ਲਏ ਨੇ, ਤੂੰ ਤਾਂ ਹਜੇ ਤੇਰੀ ਉਮਰ ਹਜੇ ਚੜ੍ਹਦੀ ਜਵਾਨੀ ਦੀ 18 ਸਾਲ ਦੀ ਹੈ, ਸਾਰੀ ਉਮਰ ਤੇਰੇ ਅੱਗੇ ਪਈ ਹੈ। ਤੁਮਰੋ ਦਿਨ ਅਬ ਦੇਖਣ ਪਿਆ। ਕਹਿੰਦੇ ਹਨ ਤੇਰੇ ਤਾਂ ਹਜੇ ਦਿਨ ਵੇਖਣ ਹੱਸਣ ਗਾਉਣ ਦੇ ਸ਼ੁਰੂ ਹੋਏ ਨੇ, ਤੂੰ ਕਿਉਂ ਆਪਣੀ ਭਾਵ ਸ਼ਹਾਦਤ ਪ੍ਰਾਪਤ ਕਰਦਾ ਹੈ, ਭਾਵ ਤੂੰ ਦੀਨ ਕਬੂਲ ਕਰ ਲਾ, ਤੈਨੂੰ ਤਰ੍ਹਾਂ ਤਰ੍ਹਾਂ ਦੇ ਸੁੱਖ ਮੈਂ ਦਵਾਂਗਾ। ਅਧ ਖਾਦੋ ਅਬ ਪੀਤੋ ਜੈ ਹੈ। ਕਹਿੰਦਾ ਹੈ ਅੱਧਾ ਖਾਦਾ ਅੱਧਾ ਪੀਦਾ ਹੀ ਚਲੇ ਜਾਏਗਾ ਸੰਸਾਰ ਤੋਂ, ਜੇ ਦੀਨ ਕਬੂਲ ਕਰ ਲਵੇਂਗਾ ਤੈਨੂੰ ਵੀ ਵੱਡੀਆਂ ਜਗੀਰਾਂ ਦਵਾਂਗਾ। ਧਰਮ ਰੱਖਿਓ ਤੁਧ ਕਦ ਕੰਮ ਐ ਹੈ। ਤੇ ਜਿਹੜਾ ਤੂੰ ਇੰਨਾ ਹੱਠ ਧਾਰ ਕੇ ਧਰਮ ਰੱਖ ਰਿਹਾ ਹੈ ਭਾਈ ਸ਼ਹਿਬਾਜ਼ ਸਿੰਘ, ਇਹ ਤੇਰੇ ਕਿਹੜੇ ਕੰਮ ਆਵੇਗਾ ਜਦੋਂ ਪ੍ਰਾਣ ਹੀ ਤੇਰੇ ਸਰੀਰ ਵਿੱਚੋਂ ਨਿਕਲ ਗਏ। ਦੋਹਰਾ ਮੁਸਲਮਾਨ ਹੈ ਲਹਿ ਤੂੰ ਬਹੁਤੀ ਅਬੈ ਜਗੀਰ। ਕਹਿੰਦੇ ਹਨ ਮੁਸਲਮਾਨ ਬਣ ਜਾ ਤੇ ਤੈਨੂੰ ਬਹੁਤੀ ਜਗੀਰ ਦਿੱਤੀ ਜਾਵੇਗੀ। ਸਾਧ ਸੰਗਤ ਜੀ ਯਾਦ ਕਰੀਏ ਇਹੀ ਲਾਲਚ ਹਜੂਰ ਦੇ ਸਾਹਿਬਜ਼ਾਦਿਆਂ ਨੂੰ ਵੀ ਕਿਸੇ ਸਮੇਂ ਦਿੱਤੇ ਗਏ ਸੀ। ਅੱਜ ਵੀ ਸਰਕਾਰਾਂ ਵੱਲੋਂ ਜਦੋਂ ਲਾਲਚ ਦਿੱਤੇ ਜਾਂਦੇ ਹਨ ਆਟੇ ਦਾਲ ਤੇ ਸਿੱਖ ਡੁੱਲ ਜਾਂਦੇ ਹਨ,
ਪਰ ਦੇਖੋ ਸਾਧ ਸੰਗਤ ਜੀ, ਪਿੱਛੇ ਆਪ ਜੀਆਂ ਨੇ ਇਤਿਹਾਸ ਸ਼੍ਰਵਣ ਕੀਤਾ ਹੈ, ਕਦੇ ਨਵਾਬੀਆਂ ਤੇ ਵੀ ਨਾ ਸੀ ਡੁੱਲੇ ਤੇ ਕਦੇ ਸਾਧ ਸੰਗਤ ਜੀ ਅੱਜ ਜਗੀਰਾਂ ਦਿੱਤੀਆਂ ਜਾ ਰਹੀਆਂ ਹਨ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ। ਜਬ ਲਗ ਗਹਿ ਤਖਤ ਜਗ ਕਰੇ ਨਾ ਕੋਏ ਤਗੀਰ। ਕਹਿੰਦੇ ਹਨ ਜਦੋਂ ਤਿਕਰ ਤੇਰੀ ਉਮਰ ਰਹੇਗੀ ਉਹਨਾਂ ਚਿਕਰ ਤੈਨੂੰ ਜੱਗ ਦੇ ਵਿੱਚ ਭਾਵ ਰਾਜਾ ਵਾਂਗੂ ਰਹੇਗਾ ਤੇ ਕੋਈ ਵੀ ਤੇਰੇ ਤੋਂ ਇਹ ਜ਼ਮੀਨ ਨਹੀਂ ਖੋ ਸਕੇਗਾ। ਜੋ ਪਈ ਨਵਾਬ ਕਹੀ ਸੁਨ ਸਿੱਖ ਸੁਬੇਗ। ਤਾਂ ਸਾਧ ਸੰਗਤ ਜੀ, ਜਿਸ ਸਮੇਂ ਨਵਾਬ ਨੇ ਐਸੀਆਂ ਗੱਲਾਂ ਕਹੀਆਂ, ਧੰਨ ਭਾਈ ਸ਼ਬੇਗ ਸਿੰਘ ਜੀਆਂ ਨੇ ਸੁਣਨਾ ਕੀਤੀਆਂ। ਬਚਾਓ ਪੁੱਤਰ ਕੋ ਚਲਤੀ ਤੇਗ। ਤਾਂ ਕਹਿੰਦੇ ਹਨ ਆਪਣੇ ਭਾਵ ਜੋ ਇਹ ਨਵਾਬ ਸੀ ਭਾਈ ਸ਼ਬੇਗ ਸਿੰਘ ਜੀ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ, ਦੇਖ ਤੇਰਾ ਪੁੱਤਰ ਵੀ ਨਹੀਂ ਮੰਨਦਾ, ਹੁਣ ਇਹਦੇ ਤੇ ਤੇਗ ਚਲਾ ਕੇ ਇਹਦੀ ਭਾਵ ਸੀਸ ਲੱਗ ਕਰ ਦੇਵਾਂਗਾ, ਡਰਾਵੇ ਦਿੰਦਾ ਹੈ। ਰੱਖ ਪੁੱਤਰ ਕੋ ਜੜ ਤੁਝ ਰਹੈ। ਕਹਿੰਦਾ ਹੈ ਦੇਖ ਸ਼ਹਿਬਾਜ਼ ਸਿੰਘਾ, ਭਾਵ ਹੁਣ ਉਹਦੇ ਪਿਤਾ ਜੀਆਂ ਨੂੰ ਭਾਈ ਸ਼ਬੇਗ ਸਿੰਘ ਜੀ ਨੂੰ ਕਹਿੰਦਾ ਹੈ, ਇੱਕ ਕੱਲਾ ਕੱਲਾ ਤੇਰਾ ਪੁੱਤਰ ਹੈ, 18 ਸਾਲ ਦੀ ਆਯੂ ਹੈ, ਦੇਖ ਤੂੰ ਇਹਨੂੰ ਰੱਖ ਲਾ, ਸੰਸਾਰ ਦੇ ਵਿੱਚ ਤੇਰੀ ਜੜ ਰਹਿ ਆਵੇਗੀ। ਤੂੰ ਕਹੋ ਮੁਖ ਤੇ ਕਲਮਾ ਕਹੈ। ਤੂੰ ਇਹਨੂੰ ਕਹਿ ਦਵੇ, ਬਾਲਾ ਔਖਾ ਕੰਮ ਨਹੀਂ, ਇਹਨੂੰ ਕਹਿ ਇੱਕਰੀ ਮੁਖ ਤੋਂ ਬਸ ਕਲਮਾ ਹੀ ਕਹਿ ਦਵੇ। ਕਰੋ ਕਤਲ ਤੁਝ ਮਾਰੋ ਗ੍ਰਾਮ। ਤਾਂ ਕਹਿੰਦਾ ਹੈ ਨਹੀਂ ਤਾਂ ਜੇ ਨਹੀਂ ਮੰਨਦੇ ਤੁਹਾਨੂੰ ਵੀ ਕਤਲ ਕਰਾਂਗਾ ਤੇ ਜੋ ਤੁਹਾਡਾ ਜੰਬਰ ਪਿੰਡ ਹੈ ਸਭ ਨਾਸ਼ ਕਰ ਦੇਵਾਂਗਾ। ਸਿਖਾਏ ਪੁੱਤਰ ਕਰ ਦੀਨ ਕਰਾਮ। ਤੇ ਆਪਣੇ ਪੁੱਤਰ ਨੂੰ ਕਹਿ ਦੇ ਕਿ ਇਹ ਦੀਨ ਧਰਮ ਇਸਲਾਮ ਕਰ ਲਵੇ ਜਾਂ ਫਿਰ ਜਾਂ ਪਿੱਛੋਂ ਮੈਂ ਰਾਖੂੰ ਤੋਹੇ। ਕਹਿੰਦਾ ਹੈ ਤੇਰੀ ਲੋੜ ਨਹੀਂ, ਜੇ ਤੇਰਾ ਪੁੱਤਰ ਹੀ ਦੀਨ ਧਰਮ ਇਸਲਾਮ ਕਬੂਲ ਕਰ ਲਵੇਗਾ ਤਾਂ ਸਾਧ ਸੰਗਤ ਜੀ ਕਹਿੰਦਾ ਹੈ ਸ਼ਬੇਗ ਸਿੰਘ ਤੈਨੂੰ ਵੀ ਮੈਂ ਕੁਝ ਨਹੀਂ ਕਵਾਂਗਾ। ਤੂੰ ਵੀ ਪੁੱਤਰ ਸੋ ਕਰ ਕਛ ਮੋਹੇ। ਕਹਿੰਦਾ ਹੈ ਤੂੰ ਵੀ ਪੁੱਤਰ ਨਾਲ ਕੁਝ ਮੋਹ ਕਰ, ਭਾਵ ਇੰਨੀਆਂ ਸਾਧ ਸੰਗਤ ਜੀ ਉਹ ਪੁੱਤਰ ਨੂੰ ਸਾਹਮਣੇ ਕੁੱਟਿਆ ਗਿਆ ਸੀ, ਫਿਰ ਵੀ ਸਾਧ ਸੰਗਤ ਜੀ ਪੁੱਤਰ ਨੂੰ ਸਿੱਖਿਆ ਦੇ ਰਹੇ ਹਨ ਭਾਈ ਸ਼ਬੇਗ ਸਿੰਘ ਜੀ, ਪੁੱਤਰਾ ਜੇ ਧਰਮ ਨੂੰ ਛੱਡ ਕੇ ਮਰੇ, ਗਿੱਦੜਾਂ ਦੀ ਮੌਤ ਮਰੇ ਤਾਂ ਕਹਿੰਦੇ ਹਨ ਲਾਹਣਤਾਂ ਪੈਣਗੀਆਂ। ਜੇ ਹਜੂਰ ਦੇ ਚਰਣਾ ਕਮਲਾਂ ਦਾ ਪਿਆਰ ਹਿਰਦੇ ਵਿੱਚ ਵਸਿਆ ਰਿਹਾ, ਧਰਮ ਦੀ ਖਾਤਰ ਸ਼ਹੀਦ ਹੋਏ, ਜੱਗ ਦੇ ਵਿੱਚ ਵੀ ਸਾਧ ਸੰਗਤ ਜੀ ਕਹਿੰਦੇ ਹਨ ਭਾਰੀ ਜੋ ਪ੍ਰਸੰਨਤਾ ਹੋਏਗੀ ਤੇ ਹਜੂਰ ਵੀ ਬਹੁਤ ਖੁਸ਼ ਹੋਣਗੇ। ਪੁੱਤਰ ਤੇ ਹੀ ਰਹਿ ਬੰਸ। ਕਹਿੰਦੇ ਹਨ ਪੁੱਤਰ ਤੇ ਹੀ ਰਹਿ ਬੰਸ। ਇਹ ਸਾਧ ਸੰਗਤ ਜੀ ਨਵਾਬ ਕਹਿ ਰਿਹਾ ਹੈ ਭਾਈ ਸ਼ਬੇਗ ਸਿੰਘ ਜੀਆਂ ਨੂੰ ਕਿ ਪੁੱਤਰਾਂ ਨਾਲ ਹੀ ਬੰਸਾਂ ਰਹਿੰਦੀਆਂ ਹਨ। ਦੇਖ ਤੇਰਾ 18 ਸਾਲ ਦਾ ਪੁੱਤਰ ਹੈ, ਇਹਨੂੰ ਜਿਸ ਤਰ੍ਹਾਂ ਕਹਿ ਰਿਹਾ ਹੈ ਕਿ ਸੰਸਾਰ ਵਿੱਚ ਤੇਰੀ ਵੀ ਜੜ ਰਹਿ ਆਵੇਗੀ। ਬਿਨਾ ਪੁੱਤਰ ਹੋਇ ਹੈ ਨਿਰਬੰਸ। ਤੇ ਬਿਨਾ ਪੁੱਤਰ ਤੋਂ ਕਹਿੰਦੇ ਹਨ ਕਿ ਬੰਦਾ ਨਿਰਬੰਸ ਭਾਵ ਬੰਸ ਤੋਂ ਬਿਨਾ ਹੋ ਜਾਂਦਾ ਹੈ, ਉਹਦਾ ਉੱਥੇ ਹੀ ਖਾਨਦਾਨ ਜਿਸ ਤਰ੍ਹਾਂ ਇਹ ਨਵਾਬ ਕਹਿ ਰਿਹਾ ਹੈ ਕਿ ਖਤਮ ਹੋ ਜਾਂਦਾ ਹੈ। ਸ਼ਬੇਗ ਸਿੰਘ ਸੁਨ ਐਸੀ ਕਹੀ। ਤਾਂ ਸਾਧ ਸੰਗਤ ਜੀ ਜਦੋਂ ਐਸਾ ਕਲੌਤਾ ਪੁੱਤਰ ਹੋਵੇ, 18 ਸਾਲ ਦੀ ਆਯੂ ਹੋਵੇ ਤੇ ਬਹੁਤਾ ਲਾਇਕ ਹੋਵੇ, ਤਾਂ ਜਿਸ ਸਮੇਂ ਉਸ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ ਤਾਂ ਸਾਧ ਸੰਗਤ ਜੀ ਕਿਹੜਾ ਪਿਤਾ ਹੈ ਜੋ ਐਸੀ ਸਿੱਖਿਆ ਦੇਵੇਗਾ, ਪੁੱਤਰ ਧੰਨ ਹੈ ਤੂੰ ਜੇ ਸ਼ਹੀਦ ਹੋਵੇਂਗਾ। ਇਹ ਤਾਂ ਸਾਧ ਸੰਗਤ ਜੀ ਹਜੂਰ ਦਾ ਖਾਲਸਾ ਹੈ ਜੋ ਮੌਤ ਨੂੰ ਮਖੌਲ ਕਰਦਾ ਹੈ। ਜਿਸ ਸਮੇਂ ਨਵਾਬ ਦੇ ਐਸੇ ਬਚਨ ਸੁਣੇ, ਨਵਾਬ ਕਹਿੰਦਾ ਹੈ ਤੇਰੀ ਵੰਸ਼ ਰਹਿ ਆਵੇਗੀ, ਤਾਂ ਉਸ ਸਮੇਂ ਨਵਾਬ ਨੂੰ ਭਾਈ ਸ਼ਬੇਗ ਸਿੰਘ ਜੀ ਜੋ ਬਚਨ ਕਹਿੰਦੇ ਹਨ ਆਓ ਸ਼ਰਵਣ ਕਰਨਾ ਕਰੀਏ। ਸੱਚ ਨਵਾਬ ਤੈਂ ਜੇਤੀ ਕਹੀ। ਕਹਿੰਦਾ ਹੈ ਨਵਾਬ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ, ਜੋ ਤੂੰ ਕਿਹਾ ਹੈ ਸੱਚ ਕਿਹਾ ਹੈ। ਹਮਨੇ ਤੁਮਰਾ ਨੂਨ ਸੋ ਖਾਇਆ। ਨਵਾਬ ਅਸੀਂ ਤੇਰਾ ਨਮਕ ਖਾਦਾ ਹੈ, ਕਿਉਂਕਿ ਭਾਈ ਸਾਹਿਬ ਨੌਕਰੀ ਵੀ ਕਰਿਆ ਕਰਦੇ ਸੀ ਸਰਕਾਰੇ ਦਰਬਾਰੇ। ਬਣੇ ਨਾ ਖੋਟਾ ਤੁਮੈ ਅਲਾਇਆ। ਇਸ ਕਰਕੇ ਤੈਨੂੰ ਆਨੇ ਹਾਂ ਅਸੀਂ ਕੋਈ ਖੋਟਾ ਬਚਨ ਨਹੀਂ ਕਹਿ ਰਹੇ, ਕਿਉਂਕਿ ਇੱਥੇ ਅਸੀਂ ਨੌਕਰੀ ਕਰਦੇ ਰਹੇ ਹਾਂ, ਨਹੀਂ ਤਾਂ ਜਵਾਬ ਦੇਣੇ ਸਾਨੂੰ ਵੀ ਆਉਂਦੇ ਹਨ। ਹਮ ਸੁਧ ਆਪਣੇ ਦਇਓ ਉਪਦੇਸ਼। ਕਹਿੰਦੇ ਹਨ ਮੈਂ ਆਪਣੇ ਪੁੱਤਰ ਨੂੰ ਜਿਸ ਸਮੇਂ ਛੋਟਾ ਸੀ ਉਦੋਂ ਤੋਂ ਲੈ ਕੇ ਇਹੀ ਉਪਦੇਸ਼ ਦਿੰਦਾ ਆ ਰਿਹਾ ਹਾਂ। ਰਾਖਣ ਸਾਚੇ ਗੁਰ ਨਿਜ ਭੇਸ। ਕਹਿੰਦੇ ਹਨ ਗੁਰੂ ਦਾ ਜੋ ਸੱਚਾ ਭੇਸ ਹੈ, ਜੋ ਹਜੂਰ ਨੇ ਸਾਧ ਸੰਗਤ ਜੀ 5 ਕਕਾਰ ਬਖਸ਼ੇ ਹਨ, ਕੇਸ ਤੇ ਦਾੜੇ ਬਖਸ਼ੇ ਹਨ ਹਜੂਰ ਨੇ। ਭਾਈ ਸ਼ਬੇਗ ਸਿੰਘ ਜੀ ਕਹਿ ਰਹੇ ਹਨ ਮੈਂ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਐਸੇ ਉਪਦੇਸ਼ ਦਿੰਦਾ ਆ ਰਿਹਾ ਹਾਂ ਕਿ ਹਜੂਰ ਦਾ ਭੇਸ ਰੱਖਣਾ ਸਦਾ। ਕਹਾਂ ਜ਼ਿੰਦਗੀ ਕੀ ਪ੍ਰਤੀਤ। ਕਹਿੰਦੇ ਹਨ ਜ਼ਿੰਦਗੀ ਦੀ ਕੀ ਪ੍ਰਤੀਤ ਹੈ,
ਭਾਵ ਜੇ ਮੌਤ ਆਉਣੀ ਹੈ ਸਾਧ ਸੰਗਤ ਜੀ, ਕਈ ਤਾਂ ਬੱਚੇ ਮਾਤਾ ਦੇ ਪੇਟ ਵਿੱਚ ਹੀ ਗਲ ਜਾਂਦੇ ਹਨ। ਇਹ ਜ਼ਿੰਦਗੀ ਸਾਧ ਸੰਗਤ ਜੀ ਜਿਸ ਤਰ੍ਹਾਂ ਇੱਕ ਆਮ ਕੱਚ ਦਾ ਸ਼ੀਸ਼ਾ ਟੁੱਟ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਬਾਬਾ ਬੋਲਤੇ ਤੇ ਕਹਾਂ ਗਏ, ਕਹਿੰਦੇ ਹਨ ਕੱਲ ਪਰਸੋਂ ਇੱਥੇ ਬੋਲਦੇ ਸੀ, ਪਤਾ ਨਹੀਂ ਕਿੱਥੇ ਚਲੇ ਗਏ। ਕਹਿੰਦੇ ਹਨ ਐਸੀ ਆਪਣੇ ਪੁੱਤਰ ਨੂੰ ਅਸੀਂ ਸਿਖਾਈ ਸਿੱਖਿਆ ਦਿੱਤੀ ਹੈ। ਜਾਂ ਸਿਰ ਮਰਨੋ ਬਹੁਤੀ ਰੀਤ, ਤੇ ਕਹਿੰਦੇ ਹਨ ਜਾਂ ਸਿਰ ਮਰਨੋ ਬਹੁਤੀ ਰੀਤ, ਕਿ ਭਾਵ ਮੌਤ ਨੇ ਤਾਂ ਕਿਤੇ ਘੇਰ ਹੀ ਲੈਣਾ ਹੈ। ਰਹਿ ਧਰਮ ਤਨ ਅਬ ਹੀ ਜਾਏ, ਕਹਿੰਦੇ ਹਨ ਸਾਡਾ ਧਰਮ ਰਹਿ ਜਾਏ, ਸਰੀਰ ਭਾਵੇਂ ਹੁਣੇ ਹੀ ਚਲਿਆ ਜਾਵੇ, ਇਸ ਗੱਲ ਦੀ ਨਵਾਬ ਸਾਨੂੰ ਕੋਈ ਪਰਵਾਹ ਨਹੀਂ ਹੈ। ਜਬ ਲਗ ਜੀਵੈ ਧਰਮ ਗਵਾਏ, ਕਹਿੰਦੇ ਹਨ ਧਰਮ ਨੂੰ ਛੱਡ ਕੇ ਕਦੋਂ ਤੱਕ ਜਿਉਂਦੇ ਰਹਾਂਗੇ, ਧਰਮ ਨੂੰ ਗਵਾ ਕੇ ਦੱਸ ਕਦ ਤੱਕ ਬੈਠੇ ਰਵਾਂਗੇ ਇਸ ਦੁਨੀਆ ਤੇ। ਕਿਤ ਜੀਵਨ ਸੋ ਧਰਮ ਗਵਾਈਏ, ਕਹਿੰਦੇ ਹਨ ਕਿੱਧਰ ਦਾ ਜੀਵਨ ਹੈ ਜੇ ਧਰਮ ਨੂੰ ਗਵਾ ਕੇ ਜੀਣਾ ਪਵੇ। ਮਰਨੋ ਸਾਚ ਕਿਤੈ ਨਠ ਜਾਈਏ, ਕਹਿੰਦੇ ਹਨ ਜੇ ਮਰਨਾ ਸੱਚ ਹੋਵੇ ਤੇ ਮੌਤ ਝੂਠ ਹੋਈਏ ਤਾਂ ਕਿਤੇ ਨੱਠ ਜਾਈਏ, ਪਰ ਮੌਤ ਅਟਲ ਸਚਾਈ ਹੈ। ਸਿੱਖਨ ਕਾਜ ਸੋ ਗੁਰੂ ਹਮਾਰੇ, ਕਹਿੰਦੇ ਹਨ ਗੁਰਸਿੱਖਾਂ ਦੇ ਕਾਰਜ ਵਾਸਤੇ ਸਾਡੇ ਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ, ਸੀਸ ਦਿਓ ਨਿਜ ਸਨ ਪਰਵਾਰੇ, ਮਹਾਰਾਜ ਜੀਆਂ ਨੇ ਆਪਣੇ ਪਰਿਵਾਰ ਸਮੇਤ ਭਾਵ ਹਜੂਰ ਨੇ ਸਾਡੇ ਗਰੀਬਾਂ ਵਾਸਤੇ ਆਪਣਾ ਸੀਸ ਭੇਟ ਕਰ ਦਿੱਤਾ। ਚਾਰੇ ਪੁੱਤਰ ਜਾਨ ਕੁਹਾਏ, ਤਾਂ ਚਾਰੇ ਪੁੱਤਰ ਕਹਿੰਦੇ ਹਨ ਨਵਾਬ ਦੇਖ ਮੇਰਾ ਤਾਂ ਇੱਕ ਪੁੱਤਰ ਹੈ, ਹਜੂਰ ਦੇ 4 ਪੁੱਤਰ ਸਨ। ਹਜੂਰ ਨੂੰ ਆਖਿਆ ਸੀ ਖਾਲਸੇ ਨੇ, ਹਜੂਰ ਇੱਕ ਪੁੱਤਰ ਰੱਖ ਲਵੋ, ਸੰਸਾਰ ਦੇ ਵਿੱਚ ਜੜ ਰਹਿ ਆਵੇਗੀ, ਭਾਵ ਇੱਕ ਪੁੱਤਰ ਤਾਂ ਰੱਖ ਲਵੋ ਹਜੂਰ, ਦੂਜੇ ਦੋਵਾਂ ਦਾ ਪਤਾ ਨਹੀਂ। ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਗਏ ਹਨ 5 ਸਿੰਘਾਂ ਦੀ ਤਾਬਿਆਂ, ਸਵਾ ਲੱਖ ਨਾਲ ਕੱਲਾ ਕੱਲਾ ਸੂਰਮਾ ਲੜਦਾ ਸੀ ਤੇ 10 ਲੱਖ ਦਾ ਘੇਰਾ ਸੀ। ਇੰਨਿਆਂ ਨੂੰ ਸਾਧ ਸੰਗਤ ਜੀ ਸ਼ਹੀਦ ਕਰਦੇ ਹੋਏ ਜਿਸ ਸਮੇਂ ਬਾਬਾ ਅਜੀਤ ਸਿੰਘ ਜੀਆਂ ਦੇ ਹੱਥ ਵਿੱਚ ਸ਼ਸਤਰ ਵੀ ਜਵਾਬ ਦੇ ਜਾਂਦੇ ਹਨ, ਤੇਗਾ ਟੁੱਟ ਜਾਂਦਾ ਹੈ, ਨੇਗਾ ਟੁੱਟ ਜਾਂਦਾ ਹੈ, ਕਟਾਰ ਵੀ ਜਵਾਬ ਦੇ ਜਾਂਦੀ ਹੈ। ਉਸ ਤੋਂ ਉਪਰੰਤ ਜਿਸ ਤਰ੍ਹਾਂ ਅਣਗਿਣਤ ਗੋਲੀਆਂ ਜਿਸ ਤਰ੍ਹਾਂ ਤੁਰਕ ਦੂਰੋਂ ਫਿਰ ਤੀਰਾਂ ਨਾਲ ਵਾਰ ਕਰਦੇ ਹਨ, ਕਿਉਂਕਿ ਚਾਹੁੰਦੇ ਸਨ ਬਾਬਾ ਅਜੀਤ ਸਿੰਘ ਜੀਆਂ ਨੂੰ ਜਿੰਦਾ ਪਕੜ ਲਿਆ ਜਾਵੇ, ਪਰ ਸਾਧ ਸੰਗਤ ਜੀ ਕਿਸੇ ਦੇ ਪਾਵ ਹਿਰਦੇ ਦੇ ਵਿੱਚ ਇੰਨਾ ਦਮ ਨਾ ਸੀ ਪੈਂਦਾ ਕਿ ਬਾਬਾ ਅਜੀਤ ਸਿੰਘ ਜੀਆਂ ਦੇ ਪਾਸੇ ਚਲੇ ਜਾਣ। ਫਿਰ ਦੂਰੋਂ ਅਣਗਿਣਤ ਗੋਲੀਆਂ ਖਾ ਕੇ ਇਤਿਹਾਸ ਜ਼ਿਕਰ ਕਰਦਾ ਹੈ 500 ਫੱਟ ਬਾਬਾ ਅਜੀਤ ਸਿੰਘ ਜੀਆਂ ਦੇ ਸਰੀਰ ਤੇ ਲੱਗੇ ਸੀ। ਜਿਸ ਸਮੇਂ ਚਮਕੌਰ ਦੀ ਗੜੀ ਵੱਲ ਮੁਖ ਕੀਤਾ ਸੀ, ਹਜੂਰ ਨੇ ਮਮਟੀ ਵਿੱਚੋਂ ਜਕਾਰਾ ਛੱਡਿਆ ਸੀ। ਜਿਸ ਸਮੇਂ ਦੂਸਰਾ ਪੁੱਤਰ ਜਾਣ ਲੱਗਾ ਤਾਂ ਉਸ ਸਮੇਂ ਸਿੰਘਾਂ ਨੇ ਆਖਿਆ ਸੀ, ਭਾਈ ਦਇਆ ਸਿੰਘ ਜੀਆਂ ਨੇ, ਹਜੂਰ ਇਤਿਆਦਿਕ ਸਿੰਘਾਂ ਨੇ ਕਿ ਮਹਾਰਾਜ ਜੀ ਇਹ ਤਾਂ ਇੱਕ ਤਾਂ ਪੁੱਤਰ ਰੱਖ ਲਵੋ। ਮਹਾਰਾਜ ਜੀਆਂ ਨੇ ਕਿਹਾ ਸੀ ਤੁਹਾਡੇ ਤੇ ਇਹਨਾਂ ਵਿੱਚ ਕੋਈ ਫਰਕ ਹੈ ਭਾਈ ਦਇਆ ਸਿੰਘ ਜੀ? ਹਜੂਰ ਨੇ ਖਾਲਸੇ ਨੂੰ ਐਸੀ ਵਡਿਆਈ ਬਖਸ਼ੀ ਹੈ। ਭਾਈ ਸ਼ੁਬੇਗ ਸਿੰਘ ਜੀ ਕਹਿ ਰਹੇ ਹਨ, ਨਵਾਬ ਹਜੂਰ ਨੇ ਤਾਂ ਆਪਣੇ 4 ਪੁੱਤਰ ਸਾਡੇ ਤੋਂ ਕੁਰਬਾਨ ਕਰ ਦਿੱਤੇ ਹਨ। ਸੋ ਚੰਡੀ ਕੀ ਭੇਟ ਕਰਾਏ, ਸੋ ਚੰਡੀ ਭਾਵ ਸ੍ਰੀ ਸਾਹਿਬ ਦੀ ਭੇਟ। ਪਤਾ ਸੀ ਜੰਗ ਦੇ ਮੈਦਾਨ ਵਿੱਚ ਜਾਂਦੇ ਹਨ, ਅੱਜ ਇਹਨਾਂ ਮੁੜ ਕੇ ਨਹੀਂ ਆਉਣਾ, ਤਾਂ ਹਜੂਰ ਨੇ ਬਚਨ ਕਹੇ ਸੀ, ਆਜ ਖਾਲਸਾ ਖਾਸ ਭਇਓ ਸਤਿਗੁਰ ਕੇ ਦਰਬਾਰ। ਹਜੂਰ ਦੇ ਐਸੇ ਸਾਧ ਸੰਗਤ ਜੀ ਭਾਈ ਸ਼ੁਬੇਗ ਸਿੰਘ ਜੀ ਯਾਦ ਕਰ ਰਹੇ ਹਨ ਹਜੂਰ ਦੀਆਂ ਕੁਰਬਾਨੀਆਂ ਨੂੰ ਕਿ ਚੰਡੀ ਦੀ ਭੇਟ ਹਜੂਰ ਨੇ ਜੰਗ ਦੇ ਮੈਦਾਨ ਵਿੱਚ ਆਪ ਆਪਣੇ ਹੱਥਾਂ ਨਾਲ ਤਿਆਰ ਕਰਕੇ ਪੁੱਤਰ ਤੋਰੇ ਸਨ। ਹਮ ਕਾਰਨ ਗੁਰ ਕੁਲ ਹੈ ਗਵਾਈ, ਕਹਿੰਦੇ ਹਨ ਸਾਡੇ ਕਰਕੇ ਗੁਰੂ ਨੇ ਆਪਣੀ ਕੁੱਲ ਗਵਾਈ, ਭਾਵ ਇਥੋਂ ਗਵਾਈ ਤੋਂ ਭਾਵ ਹੈ ਸਾਡੇ ਤੋਂ ਹਜੂਰ ਨੇ ਨਿਸ਼ਾਵਰ ਕਰ ਦਿੱਤੀ। ਹਜੂਰ ਨੇ ਬਚਨ ਕਹੇ ਸੀ, ਪੰਥ ਵਸੈ ਮੈਂ ਉਜੜਾ ਮਨ ਚਾਉ ਘਨੇਰਾ, ਸਾਡਾ ਇਹ ਖਾਲਸਾ ਪੰਥ ਵਸੇ। ਹਜੂਰ ਕਹਿੰਦੇ ਹਨ ਅਸੀਂ ਭਾਵੇਂ ਉਜੜ ਜਾਈਏ, ਸਾਡੇ ਮਨ ਵਿੱਚ ਘਨੇਰਾ ਚਾਹ ਹੈ। ਇੱਥੇ ਕਵੀ ਜੀ ਜਿਸ ਤਰ੍ਹਾਂ ਬਚਨ ਲਿਖ ਰਹੇ ਹਨ, ਭਾਈ ਸ਼ੁਬੇਗ ਸਿੰਘ ਜੀ ਕਹਿ ਰਹੇ ਹਨ, ਹਮ ਕਾਰਨ ਗੁਰ ਕੁਲ ਹੈ ਗਵਾਈ, ਸਾਡੇ ਕਰਕੇ ਤਾਂ ਹਜੂਰ ਨੇ ਇੱਕ ਵੀ ਆਪਣਾ ਸਾਹਿਬਜ਼ਾਦਾ ਨਾ ਸੀ ਲੁਕੋ ਕੇ ਰੱਖਿਆ। ਹਜੂਰ ਚਾਹੁੰਦੇ ਤਾਂ ਚਾਰੇ ਦੇ ਚਾਰੇ ਬਚਾ ਸਕਦੇ ਸੀ, ਪਰ ਸਾਧ ਸੰਗਤ ਜੀ ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕੌਣ ਵਡਾਈ। ਭਾਈ ਸ਼ੁਬੇਗ ਸਿੰਘ ਜੀ ਕਹਿੰਦੇ ਹਨ, ਦੇਖੋ ਜੇ ਮੈਂ ਆਪਣੇ ਇੱਕ ਪੁੱਤਰ ਵੀ ਹੈ ਜੋ ਉਹ ਸਾਂਭ ਕੇ ਰੱਖ ਲਵਾਂ, ਇਹਦੇ 'ਚ ਕੋਈ ਬਹੁਤੀ ਵਡਿਆਈ ਵਾਲੀ ਗੱਲ ਨਹੀਂ ਹੈ,
ਭਾਵ ਹਜੂਰ ਨੇ ਤਾਂ ਸਾਡੇ ਤੋਂ ਆਪਣੇ 4 ਲਾਲ ਕੁਰਬਾਨ ਕਰ ਦਿੱਤੇ, ਪਰ ਜੇ ਮੈਂ ਆਪਣਾ ਇੱਕ ਪੁੱਤਰ ਵੀ ਲੁਕੋ ਕੇ ਰੱਖ ਲਵਾਂ, ਇਹਦੇ 'ਚ ਕੋਈ ਵਡਿਆਈ ਵਾਲੀ ਗੱਲ ਨਹੀਂ ਹੋਵੇਗੀ। ਐਸੀ ਔਰ ਬਾਤ ਬਹੁ ਭਈ। ਇਸ ਤਰ੍ਹਾਂ ਸਾਧ ਸੰਗਤ ਜੀ ਅਨੇਕਾਂ ਭਾਵ ਨਵਾਬ ਡਰਾਵੇ ਦਿੰਦਾ ਹੈ। ਨਵਾਬ ਚਿਤ ਤਬ ਐਸੇ ਆਈ। ਤਾਂ ਉਸ ਸਮੇਂ ਸਾਧ ਸੰਗਤ ਜੀ ਨਵਾਬ ਨੇ ਆਪਣੇ ਮਨ ਦੇ ਵਿੱਚ ਐਸਾ ਫੁਰਨਾ ਸੋਚਿਆ, ਯਹ ਪੁੱਤਰ ਸਮਝਾਵੈ ਐਸੇ। ਕਹਿੰਦਾ ਹੈ ਇਹਦੇ ਬਚਨਾਂ 'ਚ ਹੀ ਬੜਾ ਦਮ ਹੈ, ਇਹਦਾ ਪੁੱਤਰ ਇਹਦੇ ਪਾਸ ਰਹਿੰਦੇ ਹੋਏ ਭਾਵ ਕਦੇ ਵੀ ਧਰਮ ਨਹੀਂ ਬਦਲ ਸਕਦਾ। ਇਹ ਤਾਂ ਪੁੱਤਰ ਨੂੰ ਸਿੱਖਿਆ ਹੀ ਐਸੀ ਦਿੰਦਾ ਹੈ ਜਿਹੜੀ ਮੌਤ ਤੋਂ ਸ਼ੁਰੂ ਹੁੰਦੀ ਹੈ। ਸੋ ਦ੍ਰਿੜ ਹੋਵੇ ਮੁੜੈ ਨਾ ਜੈਸੇ। ਕਹਿੰਦੇ ਹਨ ਐਸੀ ਸਿੱਖਿਆ ਦਿੰਦਾ ਹੈ ਪੁੱਤਰ ਦੇ ਦ੍ਰਿੜ ਹੀ ਹੋਈ ਜਾਂਦੀ ਹੈ, ਉਹ ਤਾਂ ਕਦੇ ਆਪਣੇ ਧਰਮ ਵਿੱਚੋਂ ਨਹੀਂ ਮੁੜੇਗਾ। ਯਾ ਤੇ ਜੁਦੋ ਸੋ ਬੇਟਾ ਕਰੋ। ਕਹਿੰਦੇ ਹਨ ਹੁਣ ਇਸ ਦਾ ਪੁੱਤਰ ਭਾਵ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ ਇਹਨਾਂ ਤੋਂ ਜੁਦਾ ਕਰ ਦਿੱਤਾ ਜਾਵੇ, ਭਾਵ ਦੂਰ ਕਰ ਦਿੱਤਾ ਜਾਵੇ। ਡਰਾਏ ਮਾਰ ਵਿੱਚ ਦੀਨੇ ਭਰੋ। ਕਹਿੰਦੇ ਹਨ ਇਹਨਾਂ ਨੂੰ ਡਰਾ ਕੇ ਭਾਵ ਇਸ ਦਾ ਪੁੱਤਰ ਹਜੇ ਜਵਾਨ ਹੈ, ਇਹ ਸ਼ਾਇਦ ਮੰਨ ਜਾਵੇ, ਇਹਨੂੰ ਦੀਨ ਵਿੱਚ ਲੈ ਆਇਆ ਜਾਵੇਗਾ। ਦੁਖੀ ਹੋਤ ਜਬ ਬਹੁਤ ਸਰੀਰ। ਜਦੋਂ ਸਰੀਰ ਤੇ ਭਾਰੀ ਅਸੀਂ ਸਜ਼ਾਵਾਂ ਦੇਵਾਂਗੇ ਤਾਂ ਸਰੀਰ ਨੂੰ ਦੁੱਖ ਪਹੁੰਚੇਗਾ। ਹਜੇ ਜਵਾਨ ਹੈ, ਆਪਣੇ ਆਪ ਹੀ ਧਰਮ ਪਰਿਵਰਤਨ ਕਰ ਲਵੇਗਾ। ਭੁੱਲ ਜਾਤ ਹੈ ਗੁਰਵਾ ਪੀਰ। ਤੇ ਆਪਣਾ ਗੁਰੂ ਕੀ ਪੀਰ ਕੀ ਸਭ ਕੁਝ ਇਹਨੂੰ ਭੁੱਲ ਜਾਣਾ ਹੈ, ਐਸੀਆਂ ਮੈਂ ਸਜ਼ਾਵਾਂ ਦੇਵਾਂਗਾ। ਦੇਵੋ ਦੁਖ ਵਹਿ ਬਹੁਤ ਸਰੀਰ। ਕਹਿੰਦੇ ਹਨ ਭਾਰੀ ਇਸ ਦੇ ਸਰੀਰ ਨੂੰ ਦੁੱਖ ਦਵਾਂਗਾ, ਇਸ ਤਰ੍ਹਾਂ ਦੀਆਂ ਸਜ਼ਾਵਾਂ ਦਵਾਂਗਾ ਜਿਹੜੀਆਂ ਕਦੇ ਕਿਸੇ ਨੇ ਸੋਚੀਆਂ ਨਾ ਹੋਣ। ਜੋ ਮੰਗੈ ਸੋ ਦੇਹੋ ਜਗੀਰ। ਤੇ ਜੇ ਲਾਲਚ ਨਾਲ ਹੀ ਮੰਨ ਜਾਂਦਾ ਹੈ ਤਾਂ ਉਹ ਇਹਨੂੰ ਜਗੀਰਾਂ ਵੀ ਮੈਂ ਦਵਾਂਗਾ। ਤਬ ਤਿਸ ਦੇਨ ਲਗੇ ਬਹੁਤ ਦੁੱਖ। ਤਾਂ ਸਾਧ ਸੰਗਤ ਜੀ ਉਸ ਸਮੇਂ 18 ਕੁ ਸਾਲ ਦੀ ਆਯੂ ਹੈ ਭਾਈ ਸ਼ਹਿਬਾਜ਼ ਸਿੰਘ ਜੀਆਂ ਦੀ, ਉਹਨਾਂ ਨੂੰ ਭਾਰੀ ਦੁੱਖ ਦੇਣ ਲੱਗੇ ਹਨ। ਆਂਗੈ ਖੀਚੈ ਕੁਟੈ ਮੁਖ। ਅਤੇ ਸਾਧ ਸੰਗਤ ਜੀ ਲੱਤਾਂ ਖਿੱਚਦੇ ਹਨ, ਲੱਤਾਂ ਪਾੜਦੇ ਹਨ ਤੇ ਮੁਖ ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਕੁੱਟਦੇ ਹਨ। ਏਕ ਟੰਗ ਫੜ ਤਿਸੈ ਘੁਮਾਵੈ। ਇੱਕ ਟੰਗ ਨੂੰ ਫੜ ਕੇ ਪਟਕ ਕੇ ਕੰਧ ਨਾਲ ਮਾਰਦੇ ਹਨ। ਬਾਹ ਖੈਚ ਫਿਰ ਪਿਛੈ ਗਿਰਾਵੈ। ਇੱਥੋਂ ਬਾਹ ਨੂੰ ਖਿੱਚ ਕੇ ਪਿੱਛੇ ਖੁੱਤੀ ਦੇ ਨਾਲ ਲਾ ਕੇ ਲੱਤ ਮਾਰਦੇ ਹਨ ਛਾਤੀ ਜੀ ਤੇ ਪਿੱਛੇ ਸੁੱਟ ਦਿੰਦੇ ਹਨ ਭਾਈ ਸ਼ਾਹਬਾਜ਼ ਸਿੰਘ ਜੀਆਂ ਨੂੰ। ਕੋਈ ਦੰਤਨ ਨਖਨ ਚੁਭਾਵੈ। ਸਾਧ ਸੰਗਤ ਜੀ ਕੋਈ ਨਹੁੰ ਨਾਲ ਨੋਚਦਾ ਹੈ, ਕੋਈ ਜਰਵਾਣਾ ਦੰਦਾਂ ਦੇ ਨਾਲ ਭਾਵ ਜੋ ਪੱਟਾਂ ਦੀਆਂ ਬੋਟੀਆਂ ਹਨ ਉਹ ਨੋਚਦਾ ਹੈ। ਉਲਟੋ ਸੁਲਟੋ ਕਰੈ ਸੰਤਾਵੈ। ਇਸ ਤਰ੍ਹਾਂ ਕਦੇ ਪੁੱਠਾ ਮਾਰਦੇ ਹਨ ਚੁੱਕ ਕੇ, ਕਦੇ ਸਿੱਧਾ, ਭਾਵ ਐਸੀ ਹਾਲਤ ਹੋ ਚੁੱਕੀ ਹੈ ਭਾਈ ਸ਼ਹਿਬਾਜ਼ ਸਿੰਘ ਜੀਆਂ ਦੀ। ਹੁਣ ਸਾਧ ਸੰਗਤ ਜੀ ਸਰੀਰ ਵੀ ਸੁੱਜ ਗਿਆ ਹੈ। ਖੈਚੈ ਨਾਕ ਕਾਨ ਦੁਖ ਦੇ ਹੈ। ਕਦੇ ਨੱਕ ਐ ਖਿੱਚ ਕੇ ਪੁੱਟ ਦਿੰਦੇ ਹਨ, ਲਹੂ ਨਿਕਲਦਾ ਹੈ, ਕਦੇ ਨੱਕ ਪੁੱਟਦੇ ਹਨ, ਕਦੇ ਕੰਨ। ਕਹੈ ਦੰਤ ਇਹ ਤੋੜ ਸੋ ਲੇ ਹੈ। ਕਦੇ ਕਹਿੰਦੇ ਹਨ ਇਹਦੇ ਦੰਦ ਤੋੜ ਦਈਏ। ਹਾਂਜੀ, ਕੋਈ ਕਹੈ ਇਹ ਹੈ ਮਾ ਚੱਲ। ਤਾਂ ਸਾਧ ਸੰਗਤ ਜੀ ਮਾਰ ਕੇ ਭਾਵ ਡਾਂਗ ਭਾਈ ਸ਼ਾਹਬਾਜ਼ ਸਿੰਘ ਜੀਆਂ ਦੇ ਦੰਦਾਂ ਤੇ ਮਾਰੀ ਹੈ, ਲਹੂ ਨਿਕਲਦਾ ਹੈ। ਕੋਈ ਕਹਿੰਦਾ ਹੈ ਇਹ ਤਾਂ ਬੜਾ ਢੀਠ ਹੈ। ਉਤਾਰ ਲੇਹੋ ਅਬਿਆਂ ਕੀ ਖਲ। ਕਹਿੰਦੇ ਹਨ ਹੁਣ ਇਹਦੀ ਅਸੀਂ ਖਲ ਲਾਵਾਂਗੇ। ਸਾਧ ਸੰਗਤ ਜੀ ਐਸੀਆਂ ਸਜ਼ਾਵਾਂ ਹਨ, ਇਹ ਸਾਧ ਸੰਗਤ ਜੀ ਹੁਣ ਦੇ ਪਿੱਛੇ ਜੇ ਦੌਰ ਵਿੱਚ ਵੀ ਦਿੱਤੀਆਂ ਗਈਆਂ ਹਨ। ਧੰਨ ਭਾਈ ਅਨੋਖ ਸਿੰਘ ਜੀ, ਜਿਨ੍ਹਾਂ ਦੀ ਸਾਧ ਸੰਗਤ ਜੀ ਪੱਟਾਂ ਦੇ ਵਿੱਚ ਚੀਰ ਚੀਰ ਕੇ, ਜਿਨ੍ਹਾਂ ਦੇ ਭਾਵ ਸਰਕਾਰਾਂ ਨਮਕ ਪਾਉਂਦੀਆਂ ਸਨ, ਅੱਖਾਂ ਦੇ ਵਿੱਚ ਸੂਏ ਮਾਰ ਕੇ ਗਰਮ ਕਰਕੇ ਸਲਾਖਾਂ ਦੇ ਨਾਲ ਸਾਧ ਸੰਗਤ ਜੀ ਹਜੂਰ ਦੇ ਸਿੰਘਾਂ ਦੇ ਧੰਨ ਭਾਈ ਅਨੋਖ ਸਿੰਘ ਜੀਆਂ ਦੇ ਨੇਤਰ ਕੱਢ ਲਏ ਗਏ। ਜਿਸ ਸਮੇਂ ਸਾਧ ਸੰਗਤ ਜੀ ਨੇਤਰ ਕੱਢੇ ਹਨ, ਜੇਲ੍ਹ ਦੇ ਵਿੱਚ ਸੂਰਮਾ ਬੈਠਾ ਹੈ, ਸਰੀਰ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਫੱਟ ਨਾ ਲੱਗੇ ਹੁਣ, ਜਰਵਾਣਿਆਂ ਨੇ ਚੀਰ ਫਾੜ ਨਾ ਕੀਤੀ ਹੋਵੇ, ਅੱਖਾਂ ਦੇ ਵਿੱਚ ਸਲਾਖਾਂ ਮਾਰੀਆਂ ਸੀ। ਤਾਂ ਹੌਲ ਜੇਲ੍ਹ ਦੇ ਵਿੱਚ ਬੈਠੇ ਹੋਏ ਪੁਲਸੀਏ ਨੂੰ ਪੁੱਛਦੇ ਹਨ ਕਿ ਪੁਲਸੀਆ ਟਾਈਮ ਕਿੰਨਾ ਹੋਇਆ ਹੈ। ਪੁਲਸੀਆ ਕਹਿੰਦਾ ਹੈ ਕਿ ਇੰਨਾ ਸਮਾਂ ਹੋ ਗਿਆ। ਕਹਿੰਦਾ ਸੂਰਜ ਡੁੱਬ ਗਿਆ ਹੈ। ਤਾਂ ਪੁਲਸੀਆ ਕਹਿੰਦਾ ਹਾਂ। ਭਾਈ ਨੋਖ ਸਿੰਘ ਜੀ ਜੇਲ੍ਹ ਵਿੱਚ ਬੈਠੇ ਕਹਿੰਦੇ ਹਨ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਜਿਸ ਤਰ੍ਹਾਂ ਸਾਧ ਸੰਗਤ ਜੀ ਰਹਿਰਾਸ ਸਾਹਿਬ ਜੀਆਂ ਦਾ ਪਾਠ ਆਰੰਭ ਕੀਤਾ ਹੈ, ਸੂਰਮਿਆਂ ਦਾ ਐਸਾ ਇਤਿਹਾਸ ਹੈ। ਸਾਧ ਸੰਗਤ ਜੀ ਕਦੇ ਨਿਤਨੇਮ ਤੋਂ ਨਾ ਸੀ ਖੁੰਝਿਆ ਕਰਦੇ। ਐਸੀਆਂ ਸਜ਼ਾਵਾਂ ਭਾਈ ਸ਼ੁਬੇਗ ਸਿੰਘ ਜੀ ਤੇ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ ਹੁਣ ਦਿੱਤੀਆਂ ਜਾ ਰਹੀਆਂ ਹਨ। ਐਸੇ
ਦੁਖ ਕਹਾਂ ਲੋ ਗਨੀਏ। ਤਾਂ ਕਹਿੰਦੇ ਹਨ ਕਵੀ ਜੀ ਕਿੱਥੋਂ ਤਿੱਕਰ ਗਿੰਨਾ ਕਰੀਏ, ਐਸੇ ਇਹਨਾਂ ਜਰਵਾਣਿਆਂ ਨੇ ਉਸ ਚੜ੍ਹਦੀ ਜਵਾਨੀ ਵਾਲੇ ਸੂਰਮੇ ਨੂੰ ਦਿੱਤੇ ਹਨ ਜਿਤਨੇ ਤਿਨਕੇ ਦਿੱਤੇ ਪਨੀਏ। ਕਿ ਜਿੰਨੇ ਉਹਨਾਂ ਦੁਆਰਾ ਦਿੱਤੇ ਹੋਏ ਕਵੀ ਜੀ ਕਹਿੰਦੇ ਹਨ ਅਸੀਂ ਲਿਖ ਕੇ ਦੱਸ ਸਕੀਏ। ਕਹੈ ਨਵਾਬ ਫਿਰ ਚਰਖੜੀ ਚੜਾਵੋ। ਨਵਾਬ ਨੇ ਹੁਣ ਸਾਧ ਸੰਗਤ ਜੀ ਜਦੋਂ ਦੇਖਿਆ ਹੈ ਕਿ ਤੇ ਮੁਖ ਦੇ ਵਿੱਚੋਂ ਇੱਕ ਵੀ ਸੀ ਨਹੀਂ ਕਰਦੇ ਗੁਰੂ ਕੇ ਸੂਰਮੇ ਇੰਨੇ ਦੁੱਖ ਪਾ ਕੇ, ਕਹਿੰਦਾ ਹੈ ਇਹਨਾਂ ਨੂੰ ਚਰਖੜੀਆਂ ਤੇ ਚਾੜ ਦਿੱਤਾ ਜਾਣ ਦਾ ਹੁਕਮ ਦਿੰਦਾ ਹੈ। ਡਾਰ ਯਾਹੇ ਕੀ ਜਾਨ ਗਵਾਵੋ। ਤਾਂ ਕਹਿੰਦਾ ਹੈ ਜਾਂ ਫਿਰ ਇਹਨਾਂ ਦੀ ਹੁਣ ਜਾਨ ਗਵਾ ਦਿੱਤੀ ਜਾਵੇ। ਦੋਹਰਾ ਦੇਤ ਦੁਖ ਸੋ ਥੱਕ ਗਇਓ ਰਹਿਓ ਨਾ ਔਰ ਉਪਾਏ। ਤਾਂ ਸਾਧ ਸੰਗਤ ਜੀ ਮਾਰਨ ਵਾਲੇ ਥੱਕ ਗਏ ਹਨ, ਪਰ ਸਾਧ ਸੰਗਤ ਜੀ ਇਧਰ ਹਜੂਰ ਦਾ ਸੂਰਮਾ ਭਾਈ ਸ਼ਾਹਬਾਜ਼ ਸਿੰਘ ਜੀ ਉਹ ਨਾ ਸੀ ਥੱਕੇ। ਦੇਤ ਦੁੱਖ ਸੋ ਥੱਕ ਗਇਓ ਰਹਿਓ ਨਾ ਔਰ ਉਪਾਏ। ਹੋਰ ਕੋਈ ਉਹਨਾਂ ਨੂੰ ਉਪਾਅ ਨਹੀਂ ਰਿਹਾ। ਕਹਿੰਦੇ ਹਨ ਨਾ ਹੀ ਇਹ ਕਿਸੇ ਚੀਜ਼ ਦਾ ਲਾਲਚ ਕਰਦੇ ਹਨ, ਨਾ ਹੀ ਇਹਨਾਂ ਨੂੰ ਸਰੀਰ ਦਾ ਪਿਆਰ ਹੈ। ਤਬ ਪੀ ਬਾਲਕ ਚੁੱਪ ਪਇਓ ਗਸ਼ੀ ਪਰੀ ਤਿਸ ਆਏ। ਤਾਂ ਸਾਧ ਸੰਗਤ ਜੀ ਗਸ਼ ਪੈ ਗਈ, ਭਾਵ ਬੇਹੋਸ਼ ਹੋ ਕੇ ਇੰਨੀ ਕੁੱਟ ਖਾ ਕੇ ਭਾਈ ਸ਼ਾਹਬਾਜ਼ ਸਿੰਘ ਜੀ ਜ਼ਮੀਨ ਤੇ ਡਿੱਗੇ ਪਏ ਹਨ, ਪਰ ਫਿਰ ਵੀ ਮੁਖ ਦੇ ਵਿੱਚੋਂ ਸਾਧ ਸੰਗਤ ਜੀ ਕੋਈ ਸ਼ਬਦ ਨਾ ਸੀ ਕੱਢਿਆ ਸੂਰਮੇ ਨੇ। ਚੌਪਈ ਤਬ ਚੰਡਾਲਿਓ ਆਨ ਪੁਕਾਰਾ। ਤਾਂ ਉਸ ਸਮੇਂ ਜੋ ਚੰਡਾਲ ਸੀ ਇਧਰ ਭਾਈ ਸ਼ਹਿਬਾਜ਼ ਸਿੰਘ ਜੀਆਂ ਪਾਸ ਜੋ ਨਵਾਬ ਸੀ ਉਹਨੂੰ ਆ ਕੇ ਕਹਿੰਦਾ ਹੈ ਅਬ ਪਇਓ ਬਾਲਕ ਮਰਨੇ ਵਾਰਾ। ਕਹਿੰਦਾ ਹੈ ਬਾਲਕ ਹੈ ਜੋ ਭਾਈ ਸ਼ਹਿਬਾਜ਼ ਸਿੰਘ ਜੀ ਉਹ ਤਾਂ ਅਖੀਰਲੇ ਸਾਹ ਹੀ ਬਸ ਲੈ ਰਿਹਾ ਹੈ। ਸੁਬੇਗ ਸਿੰਘ ਸੁਨ ਹੋਇਓ ਰਾਜੀ। ਤਾਂ ਉਸ ਸਮੇਂ ਸਾਧ ਸੰਗਤ ਜੀ ਭਾਈ ਸ਼ਬੇਗ ਸਿੰਘ ਜੀ ਪਹਿਲਾਂ ਤਾਂ ਸਾਧ ਸੰਗਤ ਜੀ ਥੋੜਾ ਜਿਹਾ ਮੁਖ ਤੇ ਭਾਵ ਜਿਸ ਤਰ੍ਹਾਂ ਮੁਰਝਾ ਕੇ ਜੇ ਬੈਠੇ ਸੀ ਕਿਤੇ ਮੇਰਾ ਪੁੱਤਰ ਕੁੱਟ ਖਾ ਕੇ ਮੁਸਲਮਾਨ ਹੀ ਨਾ ਬਣ ਜਾਵੇ। ਜਿਸ ਸਮੇਂ ਸੁਣਿਆ ਕਿ ਪੁੱਤਰ ਮੌਤ ਦੇ ਕਿਨਾਰੇ ਤੇ ਆ, ਅਖੀਰਲੇ ਸਾਹਾਂ ਤੇ ਹੈ ਸੂਰਮੇ ਦਾ, ਇਧਰ ਭਾਈ ਸ਼ਹਿਬਾਜ਼ ਸਿੰਘ ਜੀਆਂ ਦਾ ਜਿਸ ਸਮੇਂ ਉਹਨਾਂ ਨੇ ਜ਼ਿਕਰ ਸੁਣਿਆ ਭਾਈ ਸ਼ਬੇਗ ਸਿੰਘ ਜੀਆਂ ਦਾ ਚਿਹਰਾ ਖਿੜਿਆ ਹੈ, ਮੂੰਹ ਤੇ ਲਾਲੀ ਆਈ ਹੈ ਸੂਰਮੇ ਦੇ। ਸੁਬੇਗ ਸਿੰਘ ਸੁਨ ਹੋਇਓ ਰਾਜੀ। ਤਾਂ ਕਹਿੰਦੇ ਹਨ ਸੁਬੇਗ ਸਿੰਘ ਸੁਨ ਹੋਇਓ ਰਾਜੀ। ਪਹਿਲਾਂ ਤਾਂ ਬੈਠੇ ਸੀ ਚੁੱਪ ਕਰਕੇ, ਤਾਂ ਹੁਣ ਸਾਧ ਸੰਗਤ ਜੀ ਜਿੱਦਾਂ ਰਾਜੀ ਹੋ ਗਏ ਹੋਣ। ਸਤਿਗੁਰ ਰਾਖੀ ਹਮਰੀ ਲਾਜੀ। ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਨੇ ਸਾਡੀ ਲਾਜ ਰੱਖ ਲਈ ਹੈ ਕਿ ਮੇਰਾ ਪੁੱਤਰ ਵੀ ਧਰਮ ਤੋਂ ਕੁਰਬਾਨ ਹੋ ਕੇ ਚੱਲਿਆ ਹੈ। ਧਨ ਪੁੱਤਰ ਤਬ ਧਨ ਹੈ ਜਨਨੀ। ਕਹਿੰਦੇ ਹਨ ਭਾਈ ਸ਼ਬੇਗ ਸਿੰਘ ਜੀ ਧਨ ਹੈ ਪੁੱਤਰਾ ਤੂੰ ਧਨ ਹੈ, ਤੇ ਧਨ ਹੈ ਤੇਰੀ ਮਾਤਾ ਜਿੰਦੇ ਉਦਰ ਤੋਂ ਤੇਰੇ ਐਸੇ ਸੂਰਮੇ ਦਾ ਭਾਵ ਜਨਮ ਹੋਇਆ ਹੈ। ਰਹਿਓ ਧਰਮ ਅਬ ਹਮਰੋ ਬਨ। ਕਹਿੰਦੇ ਹਨ ਤੇਰਾ ਧਰਮ ਰਹਿ ਗਿਆ ਹੈ ਅਤੇ ਹੁਣ ਸਾਡੀ ਵਾਰੀ ਆਈ ਹੈ। ਹਜੂਰ ਸਾਡੇ ਤੇ ਵੀ ਕਿਰਪਾ ਕਰੇ, ਅਸੀਂ ਵੀ ਇਸੇ ਤਰ੍ਹਾਂ ਨਿਭਾ ਜਾਈਏ। ਸੁਬੇਗ ਸਿੰਘ ਕੋ ਸੋਚਿਤ ਆਇਓ। ਤਾਂ ਸਾਧ ਸੰਗਤ ਜੀ ਉਸ ਸਮੇਂ ਭਾਈ ਸ਼ਬੇਗ ਸਿੰਘ ਜੀਆਂ ਨੇ ਚਿੱਤ ਵਿੱਚ ਸੋਚਿਆ ਹੈ। ਅਕਾਲ ਅਕਾਲ ਕਹਿ ਬਚਨ ਉਚਾਰਾ। ਤਾਂ ਸਾਧ ਸੰਗਤ ਜੀ ਮੁਖ ਤੋਂ ਅਕਾਲ ਅਕਾਲ ਵਾਹਿਗੁਰੂ ਤੇਰਾ ਸ਼ੁਕਰ ਹੈ ਐਸੇ ਮੁਖ ਤੋਂ ਬਚਨ ਉਚਾਰਦੇ ਹਨ। ਮੁਟਾਇਓ ਖਾਲਸੇ ਲੇਖ ਬਿਕਾਰਾ। ਤਾਂ ਸਾਧ ਸੰਗਤ ਜੀ ਉਸ ਤੋਂ ਉਪਰੰਤ ਜਿਸ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਫਿਰ ਜ਼ਕਰੀਆ ਖਾਨ ਧੰਨ ਭਾਈ ਸ਼ਹਿਬਾਜ਼ ਸਿੰਘ ਜੀਆਂ ਦੇ ਮੁਖ ਤੇ ਜਿਸ ਤਰ੍ਹਾਂ ਜਲ ਤਰੌਂਕਦਾ ਹੈ, ਤਾਂ ਸਾਧ ਸੰਗਤ ਜੀ ਮੁਰਸ਼ਿਦੀ ਹਾਲਤ ਦੇ ਵਿੱਚ ਜਿਸ ਤਰ੍ਹਾਂ ਕਹਿੰਦਾ ਹੈ ਤੇਰਾ ਨਵਾਂ ਜਨਮ ਹੋਇਆ ਹੈ, ਹੁਣ ਸਿੱਖੀ ਵਾਲਾ ਤਾਂ ਤੂੰ ਆਪਣਾ ਧਰਮ ਨਿਭਾ ਗਿਆ ਹੈ, ਹੁਣ ਤੂੰ ਮੁਸਲਮਾਨ ਬਣ। ਕੁਝ ਹਿੰਦੂਆਂ ਨੂੰ ਕੋਲ ਲੈ ਕੇ ਆਇਆ ਸੀ, ਭਾਵ ਕਿ ਆ ਦੇਖ ਗਲੇ ਦੇ ਵਿੱਚ ਕੈਸੇ ਹਾਰ ਪਾਏ ਨੇ, ਇਹ ਮੁਸਲਮਾਨ ਹੁਣ ਬਣ ਗਏ ਨੇ, ਤੂੰ ਵੀ ਬਣ ਜਾ। ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮੁਰਸ਼ਿਦੀ ਦੀ ਹਾਲਤ ਦੇ ਵਿੱਚ ਧੰਨ ਭਾਈ ਸ਼ਹਿਬਾਜ਼ ਸਿੰਘ ਜੀ ਕੋਈ ਸੁਰਤ ਨਹੀਂ, ਥੋੜਾ ਜਿਹਾ ਜਿਸ ਤਰ੍ਹਾਂ ਉਹਨਾਂ ਸੀਸ ਹਿਲਾਇਆ, ਜ਼ਕਰੀਆ ਸੋਚਦਾ ਹੈ ਲੱਗਦਾ ਹੈ ਧਰਮ ਪਰਿਵਰਤਨ ਕਰਨ ਵਾਸਤੇ ਮੰਨ ਗਿਆ ਹੈ। ਧੰਨ ਭਾਈ ਸ਼ਬੇਗ ਸਿੰਘ ਜੀ ਉਹਨਾਂ ਦੇ ਪਿਤਾ ਨੂੰ ਜਾ ਕੇ ਕਹਿੰਦੇ ਹਨ ਕਿ ਤੇਰਾ ਪੁੱਤਰ ਹੁਣ ਦੀਨ ਲਈ ਮੰਨ ਗਿਆ ਹੈ, ਦੇਖ। ਤਾਂ ਧੰਨ ਭਾਈ ਜੋ ਸਾਧ ਸੰਗਤ ਜੀ ਸ਼ਬੇਗ ਸਿੰਘ ਜੀ ਹਨ, ਇਹ
ਸਾਧ ਸੰਗਤ ਜੀ ਉਸੇ ਸਮੇਂ ਕਹਿੰਦੇ ਹਨ, ਮੈਨੂੰ ਇੱਕ ਵਾਰੀ ਮੇਰੇ ਪੁੱਤਰ ਦੇ ਦਰਸ਼ਨ ਕਰਾਏ ਜਾਣ। ਜਿਸ ਸਮੇਂ ਪੁੱਤਰ ਦੇ ਦਰਸ਼ਨ ਕੀਤੇ ਤਾਂ ਕੀ ਦੇਖਦੇ ਹਨ, ਮੱਥੇ ਦੇ ਲੇਖ ਪੜ੍ਹ ਲਏ ਸਨ ਭਾਈ ਸ਼ਬੇਗ ਸਿੰਘ ਜੀਆਂ ਨੇ ਕਿ ਮੇਰੇ ਪੁੱਤਰ ਦੇ ਤਾਂ ਲੇਖਾਂ ਦੇ ਵਿੱਚ ਇਹਦੇ ਕੋਈ ਪੁਰਾਣੇ ਮਾੜੇ ਕਰਮ ਅੱਗੇ ਆਏ ਹਨ ਕਿ ਇੱਕ ਵਾਰੀ ਇਹਦੇ ਮੁਸਲਮਾਨ ਬੰਨਾ ਲਿਖਿਆ ਹੈ। ਤਾਂ ਉਸ ਸਮੇਂ ਸਾਧ ਸੰਗਤ ਜੀ ਆਪਣੇ ਜੋ ਚਰਨਾਂ ਵਾਲਾ ਭਾਵ ਚਰਨ ਸੀ ਥੱਲੇ ਮਿੱਟੀ ਨਾ ਘਸਾ ਕੇ ਆਪਣੇ ਪੁੱਤਰ ਦੇ ਮੱਥੇ ਤੇ ਉਹ ਰੇਖ ਦੇ ਭਾਵ ਲੇਖ ਹੀ ਮੇਟ ਦਿੱਤੇ ਭਾਈ ਸ਼ਬੇਗ ਸਿੰਘ ਜੀਆਂ ਨੇ ਆਪਣੇ ਪੁੱਤਰ ਦੇ। ਜੋ ਮੁਸਲਮਾਨ ਬੰਨਾ ਸੀ ਮੁਖ ਤੋਂ ਅਕਾਲ ਅਕਾਲ ਦੇ ਬਚਨ ਬੋਲੇ ਹਨ, ਮੇਟਿਓ ਖਾਲਸੇ ਲੇਖ ਵਿਕਾਰਾ, ਭਾਵ ਜੋ ਮਾੜਾ ਖੋਟਾ ਲੇਖ ਸੀ ਮੱਥੇ ਤੇ ਹਜੂਰ ਦੇ ਖਾਲਸੇ ਭਾਈ ਸ਼ਬੇਗ ਸਿੰਘ ਜੀਆਂ ਨੇ ਆਪਣੇ ਪੁੱਤਰ ਦੇ ਮੱਥੇ ਤੋਂ ਮੇਟ ਦਿੱਤਾ। ਸਾਧ ਸੰਗਤ ਜੀ ਲੇਖਾ ਕੋਈ ਮੇਟ ਨਹੀਂ ਸਕਦਾ, ਪਰ ਹਜੂਰ ਨੇ ਆਪਣੇ ਖਾਲਸੇ ਨੂੰ ਐਸਾ ਬਲ ਬਖਸ਼ਿਆ ਹੈ, ਆਪਣਾ ਰੂਪ ਬਖਸ਼ਿਆ ਹੈ। ਹਜੂਰ ਦਾ ਖਾਲਸਾ ਰੇਖ ਵਿੱਚ ਮੇਖ ਗੱਡ ਦਿੰਦਾ ਹੈ। ਸਤ ਨਾਮ ਕਹਿ ਕਰਤਾ ਪੁਰਖ। ਤਾਂ ਮੁੱਖ ਤੋਂ ਸਾਧ ਸੰਗਤ ਜੀ ਮੂਲ ਮੰਤਰ ਦਾ ਪਾਠ ਕਰਦੇ ਹਨ ਤੇ ਮੱਥੇ ਤੇ ਜਿਸ ਤਰ੍ਹਾਂ ਥੱਲਿਓ ਮਿੱਟੀ ਲੈ ਕੇ ਥੋੜੀ ਜੀ ਮੱਥੇ ਤੇ ਫੇਰਦੇ ਹਨ। ਮਿਟ ਗਏ ਹਰਫ ਜੋ ਹੋਣੋ ਤੁਰਕ। ਹਰਫ ਤੋਂ ਭਾਵ ਜੋ ਅੱਖਰ ਲਿਖੇ ਸਨ ਮੱਥੇ ਤੇ ਕਿ ਇਹਨੇ ਇੱਕ ਵਾਰੀ ਤੁਰਕ ਬਣਨਾ ਹੈ। ਪਇਓ ਖਾਲਸੋ ਤਿਸਕੇ ਮਾਥ। ਤਾਂ ਸਾਧ ਸੰਗਤ ਜੀ ਲੇਖਾ ਪਾ ਦਿੱਤਾ ਕਿ ਇਹ ਹਜੂਰ ਦਾ ਖਾਲਸਾ ਬਣੇਗਾ। ਇਸੇ ਤਰ੍ਹਾਂ ਜੰਗ ਦੇ ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ਹੀਦੀ ਪਾ ਕੇ ਚਰਖੜੀ ਤੇ ਚੜ ਕੇ ਹਜੂਰ ਦੇ ਚਰਨਾਂ ਕਮਲਾਂ ਵਿੱਚ ਮੈਂ ਆਪਣੇ ਪੁੱਤਰ ਦੀ ਭੇਟ ਦਵਾਂਗਾ। ਹੈ ਜਗ ਮੈਂ ਇਹ ਬਾਤ ਵਿਖਿਆਤ। ਸਾਧ ਸੰਗਤ ਜੀ ਇਹ ਜਗ ਦੇ ਵਿੱਚ ਜੋ ਕਵੀ ਜੀ ਲਿਖਦੇ ਹਨ ਜਗ ਦੇ ਵਿੱਚ ਵਿਖਿਆਤ ਪ੍ਰਗਟ ਹੈ ਇਹ ਗੱਲ। ਸੰਤ ਚਾਹੈ ਤੋ ਮੇਟੈ ਲੇਖ। ਸੰਤ ਚਾਹਣ ਹੋਵੇ ਪੂਰਾ ਸੰਤ ਤਾਂ ਉਹ ਲੇਖਾ ਮੇਟਣ ਦੇ ਵੀ ਸਮਰੱਥਾ ਰੱਖਦਾ ਹੈ। ਬੇਅੰਤ ਇਤਿਹਾਸ ਵਿੱਚ ਜ਼ਿਕਰ ਵੀ ਆਉਂਦੇ ਹਨ। ਸੰਤ ਰੇਖ ਮੈਂ ਮਾਰੈ ਮੇਖ। ਜੋ ਸੰਤ ਹਨ ਉਹ ਰੇਖ ਵਿੱਚ ਮੇਖ ਮਾਰ ਦਿੰਦੇ ਹਨ। ਕਈ ਵਾਰੀ ਸਾਧ ਸੰਗਤ ਜੀ ਜੇ ਸਾਧੂ ਮਹਾਤਮਾ ਕੋਲ ਜਾਈਏ ਤਾਂ ਬੜੀ ਸ਼ਰਧਾ ਭਾਵਨਾ ਨਾਲ ਵੀ ਉਹਨਾਂ ਕੋਲ ਜਾਣਾ ਚਾਹੀਦਾ ਹੈ, ਕਿਉਂਕਿ ਸਾਧ ਸੰਗਤ ਜੀ ਉਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਏ। ਅਕਾਲ ਪੁਰਖ ਵਾਹਿਗੁਰੂ ਦਾ ਉਹ ਨਿਤ ਅਵਤਾਰ ਹੋਇਆ ਕਰਦੇ ਹਨ ਸੰਤ ਮਹਾਂਪੁਰਸ਼। ਤਾਂ ਉਹ ਵੀ ਸਾਧ ਸੰਗਤ ਜੀ ਲੇਖਾ ਬਦਲਣ ਦੀ ਸਮਰੱਥਾ ਰੱਖਦੇ ਹਨ। ਜੇ ਕਿਤੇ ਭਾਵ ਪੁੱਤਰ ਵੀ ਮਾੜੇ ਪਾਸੇ ਜਾਂਦਾ ਹੋਵੇ ਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ, ਹਜੂਰ ਕਿਰਪਾ ਕਰੋ। ਤਾਂ ਸਾਧ ਸੰਗਤ ਜੀ ਹਜੂਰ ਅਵਸ਼ ਪਰ ਅਵਸ਼ ਕਿਰਪਾ ਕਰਦੇ ਹਨ। ਦੋਹਰਾ ਤਬ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ। ਨਵਾਬ ਦੇਖ ਰਿਹਾ ਹੈ ਕਿ ਇਹ ਭਾਈ ਸ਼ਬੇਗ ਸਿੰਘ ਜੀ ਕੀ ਕਰ ਰਿਹਾ ਹੈ। ਭਾਵ ਨਵਾਬ ਦੇਖ ਦੇਖ ਕੇ ਹੈਰਾਨ ਹੋ ਰਿਹਾ ਹੈ ਕਿ ਇਹ ਮੁਖ ਤੋਂ ਵੀ ਕੁਝ ਪੜ ਰਿਹਾ ਹੈ। ਯਹ ਕਿਆ ਕੀਓ ਸੁਬੇਗ ਸਿੰਘ ਪਗਲਾਏ ਮਸਤਕ ਨਾਲ। ਤਾਂ ਕਹਿੰਦਾ ਹੈ ਸ਼ਬੇਗ ਸਿੰਘ ਇਹ ਕੀ ਕਰ ਰਿਹਾ ਹੈ, ਆਪਣਾ ਚਰਨ ਆਪਣੇ ਪੁੱਤਰ ਦੇ ਮੱਥੇ ਤੇ ਕਿਉਂ ਲਾ ਰਿਹਾ ਹੈ। ਚੌਪਈ ਸੁਬੇਗ ਸਿੰਘ ਤਬ ਐਸ ਉਚਾਰੇ। ਤਾਂ ਉਸ ਸਮੇਂ ਭਾਈ ਸ਼ਬੇਗ ਸਿੰਘ ਜੀਆਂ ਨੇ ਇਸ ਤਰ੍ਹਾਂ ਦੇ ਬਚਨ ਕਹਿਣਾ ਕੀਤੇ। ਮੇਟਿਓ ਲੇਖ ਜੋ ਲਿਖਾ ਲਿਲਾਰੇ। ਕਹਿੰਦੇ ਹਨ ਇਹਦੇ ਮੱਥੇ ਤੇ ਜੋ ਲਲਾਰ ਲੇਖ ਲਿਖੇ ਹੋਏ ਸਨ ਕਿ ਇਹਨੇ ਇੱਕ ਵਾਰੀ ਤੁਰਕ ਬਣਨਾ ਹੈ, ਉਹ ਖਾਲਸੇ ਨੇ ਮੇਟ ਦਿੱਤੇ ਹਨ। ਨਵਾਬ ਕਹੀ ਇਹ ਝੂਠੀ ਗੱਲ। ਨਵਾਬ ਕਹਿੰਦਾ ਹੈ ਹੁਣੇ ਤੇਰਾ ਪੁੱਤਰ ਮੰਨਿਆ ਸੀ ਮੁਸਲਮਾਨ ਬਣਨ, ਇਹ ਝੂਠੀ ਗੱਲ ਹੈ। ਸਿੰਘ ਕਹੀ ਪੁੱਛ ਲੜਕੇ ਚੱਲ। ਭਾਈ ਸ਼ਬੇਗ ਸਿੰਘ ਜੀ ਕਹਿੰਦੇ ਹਨ ਨਹੀਂ ਯਕੀਨ ਹੁੰਦਾ ਤਾਂ ਭਾਈ ਸ਼ਹਿਬਾਜ਼ ਸਿੰਘ ਜੀ ਭਾਵ ਮੇਰੇ ਪੁੱਤਰ ਨੂੰ ਹੁਣ ਮੇਰੇ ਸਾਹਮਣੇ ਤਾਂ ਜਰਾ ਪੁੱਛ ਕੇ ਵੇਖ ਇਹ ਮੁਸਲਮਾਨ ਬਣਨ ਨੂੰ ਤਿਆਰ ਹੈ ਕਿ ਨਹੀਂ। ਤਬ ਨਵਾਬ ਉੱਠ ਲੜਕਾ ਟੋਹਾ। ਤਾਂ ਉਸ ਸਮੇਂ ਨਵਾਬ ਨੇ ਉੱਠ ਕੇ ਟੋਇਆ, ਪੁੱਛਿਆ ਹੈ ਭਾਈ ਸ਼ਹਿਬਾਜ਼ ਸਿੰਘ ਜੀਆਂ ਨੂੰ। ਲੜਕੇ ਕੋ ਕੁਛ ਲਗੇ ਨਾ ਮੋਹਾ। ਤਾਂ ਸਾਧ ਸੰਗਤ ਜੀ ਉਸ ਸਮੇਂ ਧੰਨ ਭਾਈ ਸ਼ਹਿਬਾਜ਼ ਸਿੰਘ ਜੀ ਐਸਾ ਗੁਰੂ ਕੇ ਸਿੰਘ ਨੇ ਮਸਤਕ ਦੇ ਉੱਪਰ ਲੇਖ ਮੇਟੇ ਹਨ ਕਿ ਬਿਰਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ ਹੈ। ਸਭ ਮੋਹ ਨਾਸ਼ ਹੋ ਗਿਆ ਹੈ। ਕੁਝ ਵੀ ਸਾਧ ਸੰਗਤ ਜੀ ਹੁਣ ਮੁਖ ਤੋਂ ਨਹੀਂ ਬੋਲਦੇ ਭਾਈ ਸ਼ਹਿਬਾਜ਼ ਸਿੰਘ ਜੀ। ਹੋ ਲੜਕੇ ਤੂੰ ਮੁਸਲਮਾਨ। ਤਾਂ ਉਧਰ ਨਵਾਬ ਕਹਿੰਦਾ ਹੈ ਹੇ ਲੜਕਿਆ ਭਾਵ ਤੂੰ ਹੁਣ ਮੁਸਲਮਾਨ ਬਣ ਜਾ।
ਕਲਮਾ ਪੜੋ ਤੋ ਛੋੜੈ ਪ੍ਰਾਨ। ਕਹਿੰਦੇ ਹਨ ਜੇ ਕਲਮਾ ਪੜੇਗਾ ਤਾਂ ਹੀ ਤੇਰੇ ਪ੍ਰਾਣ ਛੱਡਾਂਗੇ। ਤਬ ਲੜਕੇ ਨੇ ਬਚਨ ਉਚਾਰਾ, ਤਾਂ ਉਸ ਸਮੇਂ ਭਾਈ ਸ਼ਾਹਬਾਜ਼ ਸਿੰਘ ਜੀਆਂ ਨੇ ਆਪਣੇ ਮੁਖ ਤੋਂ ਬਚਨ ਉਚਾਰੇ ਹਨ ਸੂਰਮੇ ਨੇ। ਆਪਣਾ ਕਲਮਾ ਹਮੈ ਪਿਆਰਾ। ਕਹਿੰਦੇ ਹਨ ਤੁਹਾਨੂੰ ਤੁਹਾਡਾ ਕਲਮਾ ਪਿਆਰਾ ਹੈ, ਇਸੇ ਤਰ੍ਹਾਂ ਸਾਨੂੰ ਸਾਡਾ ਕਲਮਾ ਜੋ ਹਜੂਰ ਨੇ ਸਾਧ ਸੰਗਤ ਜੀ ਮੂਲ ਮੰਤਰ ਬਖਸ਼ਿਆ ਹੈ, ਕਹਿੰਦੇ ਹਨ ਸਾਨੂੰ ਪਿਆਰਾ ਹੈ। ਸਤਨਾਮ ਜੋ ਗੁਰ ਤੇ ਲਿਆ। ਕਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੋ ਅਸੀਂ ਗੁਰੂ ਤੋਂ ਅੰਮ੍ਰਿਤ ਦੀ ਖੰਡੇ ਬਾਟੇ ਦੀ ਦਾਤ ਲਈ ਹੈ। ਵਾਹਿਗੁਰੂ ਗੁਰ ਕਲਮਾ ਦੀਆ। ਸਾਨੂੰ ਕਾਲ ਪੁਰਖ ਵਾਹਿਗੁਰੂ ਨੇ ਵਾਹਿਗੁਰੂ ਜੋ ਸਭ ਤੋਂ ਕਲਮਾਂ ਦਾ ਕਲਮਾ ਹੈ, ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੇ, ਇਸੇ ਤਰ੍ਹਾਂ ਕਲਮਾਂ ਦਾ ਵੀ ਕਲਮਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ। ਤਬ ਨਵਾਬ ਮਨ ਆਇਓ ਰੋਸ। ਤਾਂ ਉਸ ਸਮੇਂ ਨਵਾਬ ਦੇ ਮਨ ਵਿੱਚ ਸਾਧ ਸੰਗਤ ਜੀ ਰੋਸ ਆ ਗਿਆ ਹੋਰ। ਮਾਰੋ ਲੜਕੇ ਕੋ ਕਰ ਜੋਸ਼। ਕ੍ਰੋਧ ਵਿੱਚ ਆ ਕੇ ਕਹਿੰਦਾ ਹੈ ਅੱਗੇ ਜਿੰਨਾ ਕੁੱਟਿਆ ਹੈ ਹੁਣ ਫਿਰ ਇਹਨੂੰ ਹੋਰ ਮਾਰਨਾ ਕਰੋ। ਆਗੇ ਤੇ ਚੋ ਗੁਣ ਦੁਖ ਦਿਆ। ਕਹਿੰਦੇ ਹਨ ਅੱਗੇ ਤੋਂ 4 ਗੁਣਾ ਦੁੱਖ ਦੇਣਾ ਕਰੋ, ਇਹਨੂੰ ਪਤਾ ਲੱਗ ਜਾਵੇ। ਲੜਕੇ ਕੇ ਚਿਤ ਸੁਖ ਸੋ ਥੀਆ। ਪਰ ਸਾਧ ਸੰਗਤ ਜੀ ਭਾਈ ਸ਼ਾਹਬਾਜ਼ ਸਿੰਘ ਜੀ ਮਗਨ ਭਇਓ ਪ੍ਰਿਓ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ। ਐਸਾ ਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੋ ਗਏ ਹਨ, ਅੰਗਾਂ ਪ੍ਰਤੰਗਾਂ ਦੀ ਸੂਝੀ ਨਹੀਂ ਹੈ। ਭਾਵ ਇਸ ਤਰ੍ਹਾਂ ਅੱਗੇ ਕਵੀ ਜੀ ਅਲੰਕਾਰ ਬੰਨ ਕੇ ਵੀ ਦੱਸਦੇ ਹਨ। ਜਿਮ ਪ੍ਰਹਿਲਾਦ ਨਾ ਮਾਨਿਓ ਦੁਖ। ਜਿੱਦਾਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀਆਂ ਨੇ ਦੁੱਖ ਨਾ ਸੀ ਮੰਨਿਆ, ਇੰਨੇ ਕਸ਼ਟ ਦਿੱਤੇ ਗਏ, ਪਹਾੜ ਤੋਂ ਸੁੱਟਿਆ ਗਿਆ, ਇਸ ਤਰ੍ਹਾਂ ਲੱਗੇ ਜਿਵੇਂ ਰੂਹ ਦੇ ਗੱਦਿਆਂ ਤੇ ਖੇਡ ਰਹੇ ਹਾਂ। ਐਸੇ ਭਾਈ ਸ਼ਾਹਬਾਜ਼ ਸਿੰਘ ਜੀਆਂ ਨੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਤੈਸੇ ਬਾਲਕ ਲਾਗੇ ਸੁਖ। ਤਾਂ ਐਸੇ ਸਾਧ ਸੰਗਤ ਜੀ ਭਾਈ ਸ਼ਾਹਬਾਜ਼ ਸਿੰਘ ਜੀ ਪੁੱਛਦਾ ਹੈ ਨਵਾਬ ਕੈਸਾ ਮਹਿਸੂਸ ਹੋ ਰਿਹਾ ਹੈ। ਭਾਈ ਸ਼ਾਹਬਾਜ਼ ਸਿੰਘ ਜੀ ਕਹਿੰਦੇ ਹਨ ਸੁੱਖ ਮਹਿਸੂਸ ਹੋ ਰਿਹਾ ਹੈ। ਨਹੀਂ ਯਕੀਨ ਹੁੰਦਾ ਨਵਾਬ ਆ ਮੇਰੇ ਨਾਲ ਬਹਿ ਕੇ ਤੂੰ ਵੀ ਖਾ ਕੇ ਵੇਖ ਲਾ। ਜਿਉਂ ਜਿਉਂ ਬਾਲ ਕੇ ਚੋਟਾਂ ਲਾਵੇਂ। ਜਿਵੇਂ ਜਿਵੇਂ ਭਾਈ ਸ਼ਾਹਬਾਜ਼ ਸਿੰਘ ਜੀਆਂ ਦੇ ਜੋ ਇਹ ਸਾਧ ਸੰਗਤ ਜੀ ਜੋ ਇਹ ਜਰਵਾਣੇ ਚੋਟਾਂ ਲਾਉਂਦੇ ਹਨ, ਤਿਮ ਤਿਮ ਲੜਕੇ ਸੁਖ ਸੋ ਪਾਵੇਂ। ਉਵੇਂ ਉਵੇਂ ਚਿਹਰੇ ਤੇ ਭਾਵ ਤੇਜ ਪ੍ਰਤਾਪ ਵੱਧਦਾ ਹੈ, ਚਿਹਰਾ ਲਾਲੀਆਂ ਨਾਲ ਖਿੜਦਾ ਹੈ ਭਾਈ ਸ਼ਾਹਬਾਜ਼ ਸਿੰਘ ਜੀਆਂ ਦਾ। ਮਾਰਤ ਮਾਰਤ ਵਹਿ ਥੱਕ ਗਏ। ਮਾਰਦੇ ਮਾਰਦੇ ਜਰਵਾਣੇ ਥੱਕ ਚੁੱਕੇ ਹਨ। ਜਤਨ ਤਿਨਾ ਕੇ ਸਭ ਮੁੱਕ ਗਏ। ਤਾਂ ਸਾਧ ਸੰਗਤ ਜੀ ਕਿਹੜੇ ਕਿਹੜੇ ਯਤਨ ਕਰ ਦਿੱਤੇ, ਭਾਵ ਪੱਟ ਚੀਰ ਦਿੱਤੇ ਗਏ ਹਨ, ਮੁਖ ਦੇ ਵਿੱਚੋਂ ਦੰਦ ਤੋੜ ਦਿੱਤੇ ਗਏ ਹਨ, ਦੰਦ ਵੱਢੇ ਗਏ ਹਨ, ਨੌਵਾਂ ਦੇ ਨਾਲ ਨੋਚਿਆ ਗਿਆ ਹੈ। ਸਭ ਯਤਨ ਕਰਕੇ ਵੇਖ ਲਏ ਹਨ, ਯਤਨ ਵੀ ਮੁੱਕ ਗਏ, ਆਪ ਵੀ ਥੱਕ ਚੁੱਕੇ ਹਨ। ਪਰ ਸਾਧ ਸੰਗਤ ਜੀ ਭਾਈ ਸ਼ਾਹਬਾਜ਼ ਸਿੰਘ ਜੀ 18 ਸਾਲ ਦੀ ਆਯੂ ਹੈ। ਪਿਤਾ ਨੇ ਸਿੱਖਿਆ ਹੀ ਐਸੀ ਦਿੱਤੀ ਹੈ ਕਿ ਹੇ ਮੇਰੇ ਪੁੱਤਰਾ ਜੇ ਧਰਮ ਤੋਂ ਭਾਵ ਬੇਮੁਖ ਹੋ ਕੇ ਮਰੇਗਾ ਗਿੱਦੜਾਂ ਦੀ ਮੌਤ, ਇਹ ਲੋਕ ਦੇ ਵਿੱਚ ਵੀ ਅਪਜਸ ਹੋਵੇਗਾ, ਪਰਲੋਕ ਵਿੱਚ ਢੋਈ ਨਹੀਂ ਮਿਲਣੀ। ਹਜੂਰ ਨੇ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੇ ਕਮਨ ਵਡਾਈ। ਸਾਡੇ ਕਰਕੇ ਕਹਿੰਦੇ ਹਨ ਹਜੂਰ ਨੇ ਆਪਣੀ ਕੁਲ ਸਾਡੇ ਤੋਂ ਕੁਰਬਾਨ ਕਰ ਦਿੱਤੀ। ਦੇਖ ਪੁੱਤਰਾ ਜੇ ਅਸੀਂ ਆਪਣੇ ਸਰੀਰਾਂ ਦਾ ਮੋਹ ਕਰੀਏ ਤਾਂ ਕਿੱਡੀ ਕੁ ਵਡਿਆਈ ਵਾਲੀ ਗੱਲ ਹੈ। ਐਸੀ ਸਿੱਖਿਆ ਭਾਈ ਸ਼ਾਹਬਾਜ਼ ਸਿੰਘ ਜੀਆਂ ਨੇ ਆਪਣੇ ਹਿਰਦੇ ਵਿੱਚ ਧਾਰੀ ਹੈ। ਤਬ ਨਵਾਬ ਕੇ ਇਹ ਚਿਤ ਆਈ। ਤਾਂ ਉਸ ਸਮੇਂ ਨਵਾਬ ਦੇ ਚਿੱਤ ਵਿੱਚ ਆਈ। ਸਾਧ ਸੰਗਤ ਜੀ ਆਪ ਇਤਿਹਾਸ ਤੋਂ ਭਲੀ ਭਾਂਤ ਜਾਣਦੇ ਹੋ। ਫਿਰ ਨਵਾਬ ਨੇ ਜਿਸ ਤਰ੍ਹਾਂ 2 ਚਰਖੜੀਆਂ ਜਿਸ ਤਰ੍ਹਾਂ ਮੰਗਾਈਆਂ, ਪਹਿਲਾਂ ਧੰਨ ਭਾਈ ਸ਼ਾਹਬਾਜ਼ ਸਿੰਘ ਜੀਆਂ ਨੂੰ 18 ਸਾਲ ਦੀ ਆਯੂ ਹੈ, ਇੱਕ ਚਰਖੜੀ ਨੂੰ ਦੰਦੇ ਲਾਏ ਗਏ ਹਨ ਤਿੱਖੇ। ਜਿਸ ਤਰ੍ਹਾਂ ਸਾਧ ਸੰਗਤ ਜੀ ਚਰਖੜੀ ਘੁੰਮੀ ਹੈ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦੋਵੇਂ ਪਿਓ ਪੁੱਤਰਾਂ ਨੇ ਉਚਾਰਿਆ ਹੈ। ਇਸ ਤਰ੍ਹਾਂ ਹੱਸਦੇ ਹੋਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੋਂ ਵਾਰਨੇ ਬਲਹਾਰ ਜਾਂਦੇ ਹਨ। ਚਰਖੜੀ ਤੇ ਚਾੜਿਆ ਹੈ ਪਹਿਲਾਂ ਪੁੱਤਰ ਨੂੰ, ਕਿਉਂਕਿ ਜੇ ਪਿਓ ਦੇਖੇ ਕਦੇ ਉਹਦੇ ਮਨ ਵਿੱਚ ਮੋਹ ਜਾਗ ਪਵੇ, ਉਹ ਕਿਤੇ ਮੁਸਲਮਾਨ ਬਣ ਜਾਵੇ। ਧੰਨ ਭਾਈ ਸ਼ਾਹਬਾਜ਼ ਸਿੰਘ ਜੀ ਚਰਖੜੀ ਘੁੰਮਣ ਲੱਗੀ ਹੈ, ਦੰਦੇ ਪਹਿਲਾਂ ਮੱਥੇ ਦੀ ਸੇਹ ਤੋਂ ਪਾੜਦੇ ਹੋਏ ਛਾਤੀ ਵਿੱਚ ਧੱਸਦੇ ਜਾ ਰਹੇ ਹਨ। ਤੇ ਇਧਰ ਪਿਤਾ ਪਹਿਲਾਂ ਤਾਂ ਚਿਹਰਾ ਮੁਰਝਾਇਆ ਸੀ,
ਫਿਰ ਹੱਸਦੇ ਸਹਿਤ ਹੱਸ ਕੇ ਕਹਿੰਦੇ ਨੇ, ਵਾਹਿਗੁਰੂ ਤੇਰਾ ਸ਼ੁਕਰ ਹੈ ਕਾਲ ਪੁਰਖ ਵਾਹਿਗੁਰੂ ਜੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਵ ਚਿਹਰੇ ਤੇ ਲਾਲੀਆਂ ਚੜ ਰਹੀਆਂ ਹਨ ਕਿ ਮੇਰਾ ਪੁੱਤਰ ਧਰਮ ਦੀ ਖਾਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਰਿਹਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਧੰਨ ਭਾਈ ਸ਼ਬੇਗ ਸਿੰਘ ਜੀਆਂ ਨੂੰ ਚਰਖੜੀ ਤੇ ਚਾੜਿਆ ਗਿਆ, ਤਾਂ ਸਾਧ ਸੰਗਤ ਜੀ ਅੱਜ ਸਾਰਾ ਪੰਥ ਉਹਨਾਂ ਨੂੰ ਯਾਦ ਕਰਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਅੱਜ ਸਾਧ ਸੰਗਤ ਜੀ ਐਸੇ ਕੌਮ ਦੇ ਮਹਾਨ ਸ਼ਹੀਦ ਭਾਈ ਸ਼ਹਿਬਾਜ਼ ਸਿੰਘ ਜੀ, ਸ਼ਹੀਦ ਭਾਈ ਸ਼ਬੇਗ ਸਿੰਘ ਜੀ, ਉਹਨਾਂ ਦਾ ਸਾਧ ਸੰਗਤ ਜੀ ਸ਼ਹੀਦੀ ਦਿਹਾੜਾ ਹੈ। ਜਿਸ ਤਰ੍ਹਾਂ ਗੁਰੂ ਪੰਥ, ਗੁਰੂ ਗ੍ਰੰਥ ਅਤੇ ਸਾਧ ਸੰਗਤ ਜੀ ਵਾਸਤੇ, ਪੰਥ ਵਾਸਤੇ ਆਪਣੀਆਂ ਜਾਨਾਂ ਤਿੱਕਰ ਸਾਧ ਸੰਗਤ ਜੀ ਸੂਰਮੇ ਕੁਰਬਾਨ ਕਰ ਗਏ। ਅੱਜ ਤੱਕ ਸਾਧ ਸੰਗਤ ਜੀ ਜੇ ਅੱਜ ਦੀ ਹਾਲਤ ਦੇਖੀ ਜਾਵੇ ਤਾਂ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, 3 ਮਿੱਤਰ ਗਰੁੱਪ ਬਣਾ ਕੇ ਬੈਠੇ। ਇੱਕ ਨੇ ਪੁੱਛਿਆ, ਤੇਰੇ ਤਾਂ ਇੰਨਾ ਦਾੜਾ ਹੈ, ਤੂੰ ਆਪਣੇ ਪੁੱਤਰ ਦੇ ਕੇਸ ਕਿਉਂ ਮੁਨਾ ਦਿੱਤੇ? ਸਾਧ ਸੰਗਤ ਜੀ ਪੁੱਤਰ ਹਜੇ ਬਹੁਤ ਛੋਟੇ ਹੁੰਦੇ ਹਨ, ਉਹਨਾਂ ਨੂੰ ਕੋਈ ਪਤਾ ਵੀ ਨਹੀਂ ਹੁੰਦਾ, ਆਪ ਨਾਈਆਂ ਕੋਲ ਲੈ ਜਾਂਦੇ ਹਨ। ਜਦੋਂ ਪੁੱਛਿਆ ਉਹਨੂੰ, ਉਹ ਕਹਿੰਦਾ ਹੈ, ਜਦੋਂ ਮੈਂ ਇੱਥੇ ਆਇਆ ਸੀ ਮੈਨੂੰ ਇਹ ਦਾੜੇ ਕਰਕੇ ਬੜੇ ਦੁੱਖ ਭੋਗਣੇ ਪਏ ਸੀ, ਮੈਂ ਨਹੀਂ ਚਾਹੁੰਦਾ ਮੇਰੇ ਪੁੱਤਰ ਨੂੰ ਐਸੇ ਦੁੱਖ ਭੋਗਣੇ ਪੈਣ। ਸਾਧ ਸੰਗਤ ਜੀ ਤੁੱਛ ਕੁ ਚੀਜ਼ਾਂ ਕਰਕੇ, ਭਾਵ ਆਪਣੇ ਆਪ ਹੀ ਆਪਾਂ ਪੁੱਤਰਾਂ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਲੈ ਜਾਂਦੇ ਹਾਂ। ਐਸੇ ਇਤਿਹਾਸ ਪੜ੍ਹਨ ਦੀ ਲੋੜ ਹੈ। ਜਿਸ ਤਰ੍ਹਾਂ ਸੂਰਮਿਆਂ ਨੇ ਸਾਧ ਸੰਗਤ ਜੀ ਕਹਿੰਦੇ ਸਨ ਕਿ ਸਿਰਫ ਕਲਮਾਂ ਹੀ ਪੜ੍ਹ ਲਵੋ, ਨਵਾਬੀਆਂ ਲੈ ਲਵੋ। ਅੱਜ ਤਾਂ ਸਾਧ ਸੰਗਤ ਜੀ ਆਟਾ ਦਾਲ ਸਕੀਮ ਤੇ ਡੁੱਲੇ ਫਿਰਦੇ ਹਾਂ। ਐਸੇ ਭਾਈ ਸ਼ਹਿਬਾਜ਼ ਸ਼ਬੇਗ ਸਿੰਘ ਜੀ ਹਨ, ਸਰਕਾਰੀ ਦਰਬਾਰੇ ਨੌਕਰੀ ਕਰਦੇ ਹਨ, ਖਾਲਸੇ ਪਾਸ ਨਵਾਬੀ ਲੈ ਕੇ ਗਏ ਸੀ, ਤਾਂ ਸਾਧ ਸੰਗਤ ਜੀ ਨਵਾਬੀ ਖਾਲਸੇ ਦੇ ਦਰਬਾਰ ਵਿੱਚ ਰੁਲਦੀ ਦਿਖੀ ਸੀ। ਅੱਜ ਤਾਂ ਸਾਧ ਸੰਗਤ ਜੀ ਐਸੀ ਹਾਲਤ ਹੈ ਲੀਡਰਾਂ ਦੀ, ਭਾਵ ਕਿ ਭਾਈ ਸ਼ਬੇਗ ਸਿੰਘ ਜੀਆਂ ਨੂੰ ਆਉਣ ਦੀ ਲੋੜ ਹੀ ਨਹੀਂ, ਆਪ ਹੀ ਜ਼ਕਰੀਆ ਖਾਨ ਦੇ ਜਾ ਕੇ ਚਰਨਾਂ 'ਚ ਢਹਿ ਪੈਣਗੇ, ਮੈਂ ਤੈਨੂੰ ਪੰਥ ਦੇਣਾ ਹਾਂ, ਤੂੰ ਨਵਾਬੀ ਮੇਰੀ ਝੋਲੀ 'ਚ ਪਾ। ਇਹ ਸੰਸਾਰ ਦੀ ਹਾਲਤ ਹੈ। ਇਥੋਂ ਤੱਕ ਸਾਧ ਸੰਗਤ ਜੀ ਕੌਮ ਦਾ ਕੁਛ ਪਤਾ ਨਹੀਂ, ਕਹਾਉਣ ਨੂੰ ਕਹਿੰਦੇ ਹਾਂ ਅਸੀਂ ਪੰਥ ਦੇ ਆਗੂ ਹਾਂ, ਜਥੇਦਾਰ ਹਾਂ, ਅਸੀਂ ਪ੍ਰਧਾਨ ਹਾਂ। ਨਿਤਨੇਮ ਸਾਧ ਸੰਗਤ ਜੀ ਪਤਾ ਨਹੀਂ ਕਿੰਨੀਆਂ ਬਾਣੀਆਂ ਹੁੰਦੀਆਂ ਹਨ, ਜੇ ਚਰਚਾ ਕਰਨੀ ਪੈ ਜਾਵੇ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ। ਐਸੀ ਹਾਲਤ ਹੋ ਚੁੱਕੀ ਹੈ ਕੌਮ ਦੀ। ਧੰਨ ਭਾਈ ਸ਼ਬੇਗ ਸਿੰਘ ਜੀ, ਸ਼ਹਿਬਾਜ਼ ਸਿੰਘ ਜੀ, ਜਿਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਰਾਜਨੀਤੀ ਵੀ ਖੇਡੀ ਹੈ ਤੇ ਹਜੂਰ ਦਾ ਭਾਵ ਗੁਰਸਿੱਖੀ ਵੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ। ਮਹਾਰਾਜ ਜੀਆਂ ਨੇ ਇਸ ਗੋਦ ਵਿੱਚ ਜਾ ਕੇ ਬਰਾਜੇ ਹਨ। ਅੱਜ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਇਹ ਇਤਿਹਾਸ ਸੁਣਾਇਆ ਜਾਵੇ ਆਪਣੇ ਪੁੱਤਰਾਂ ਨੂੰ। ਕਿਸ ਤਰ੍ਹਾਂ 18 ਸਾਲ ਦੀ ਆਯੂ ਸੀ। ਕੋਈ ਸਾਧ ਸੰਗਤ ਜੀ ਭਾਈ ਸ਼ਹਿਬਾਜ਼ ਸਿੰਘ ਜੀ ਐਵੇਂ ਨਹੀਂ ਸੀ, ਫਾਰਸੀ ਦੇ ਹੋਰ ਬੜੇ ਗ੍ਰੰਥਾਂ ਦਾ ਅਧਿਐਨ ਕੀਤਾ ਸੀ, ਵਿਦਵਾਨ ਸੀ, ਲਾਇਕ ਪੁੱਤਰ ਸਨ। ਤਾਂ ਸਾਧ ਸੰਗਤ ਜੀ ਇਹ ਪਿਤਾ ਵੀ ਅੱਜ ਕੱਲ੍ਹ ਜੇ ਪੁੱਤਰ ਕੋਈ ਭਾਵ ਛੋਟੀ ਘਰ ਵਿੱਚ ਸ੍ਰੀ ਸਾਹਿਬ ਲੈ ਆਵੇ, ਪਿਤਾ ਹੀ ਕਹਿ ਦਿੰਦਾ ਹੈ, ਨਾ ਨਾ ਪੁੱਤਰਾ ਇਹ ਕਾਤੋਂ ਫੜੀ ਫਿਰਦਾ ਹੈ, ਐਵੇਂ ਸੱਟ ਮਰਾਏ ਗਏ, ਕੱਢੀ ਦੀ ਨਹੀਂ ਹੁੰਦੀ ਬਾਹਰ, ਇਹ ਵੇਖਣ ਨੂੰ ਸਿਰਫ ਕੰਧ ਤੇ ਟੰਗੀ, ਆਪਾਂ ਸਿੰਘ ਹਾਂ, ਇਹ ਕੱਢਣ ਨੂੰ ਨਹੀਂ ਹੈਗੀ। ਤਾਂ ਸਾਧ ਸੰਗਤ ਜੀ ਐਸੀ ਹਾਲਤ ਹੋ ਚੁੱਕੀ ਹੈ, ਜਿਨ੍ਹਾਂ ਦੀ ਪਰਵਰਿਸ਼ੀ ਘੋੜੇ ਤੇ ਸਾਧ ਸੰਗਤ ਜੀ ਸ਼ਸਤਰਾਂ ਨਾਲ ਹੋਈ ਜਾਵੇ। ਘੋੜੇ ਤੋਂ ਚੜਨ ਤੋਂ ਤਾਂ ਸਾਡੇ ਅੱਜ ਕੱਲ੍ਹ ਬੱਚੇ ਡਰਦੇ ਹਨ ਕਿ ਇਹ ਕਿਹੜੀ ਬਲਾਂ ਆ ਗਈ ਹੈ। ਇਹ ਮਹਾਰਾਜ ਜੀਆਂ ਨੇ ਸਾਨੂੰ ਸਾਧ ਸੰਗਤ ਜੀ ਵੱਡੀਆਂ ਅਹੁਦੇ ਬਖਸ਼ੇ ਸਨ ਕਿ ਇਹ ਜੋ ਰਾਜੇ ਮਹਾਰਾਜਿਆਂ ਵਾਲੇ ਜੀਵਨ ਸਨ, ਆਪਦਾ ਰਾਜ ਹੈ ਖਾਲਸੇ ਦਾ। ਮਹਾਰਾਜ ਜੀ ਕਿਰਪਾ ਕਰਨ ਸਾਨੂੰ ਸਮਝ ਆਵੇ। ਹਜੂਰ ਦੀ ਸਾਧ ਸੰਗਤ ਜੀ ਅੰਮ੍ਰਿਤ ਜੋ ਇਤਿਹਾਸ ਦੀ ਕਥਾ ਕਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਤੇ ਬੇਨਤੀ ਹੈ ਘਰ ਦੇ ਵਿੱਚ ਸਾਡੇ ਗੁਰੂ ਪੰਥ ਤੇ ਸਾਡਾ ਜੋ ਗੁਰੂਆਂ ਦਾ ਇਤਿਹਾਸ ਹੈ ਜ਼ਰੂਰ ਪੜ੍ਹਿਆ ਜਾਵੇ। ਮਹਾਰਾਜ ਜੀ ਕਿਰਪਾ ਕਰਨ। ਤਾਂ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ। ਅੱਗੇ ਤੋਂ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਚਵਰ ਛਤਰ ਦੇ ਮਾਲਕ,
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਸੀ। ਅੱਜ ਜਿੱਥੇ